ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਪ੍ਰਾਈਮ ਟਾਈਮ 'ਚ ਗੱਲ ਕਰਾਂਗੇ ਕਿਸਾਨ ਅੰਦੋਲਨ ਦੀ। ਦਰਅਸਲ ਦਿੱਲੀ ਦੇ ਬਾਰਡਰ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਹਾਲਾਂਕਿ ਕਾਫੀ ਦੇਰ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਰਸਤੇ ਨਹੀਂ ਖੋਲੇ ਜਾ ਸਕੇ। ਕਿਸਾਨ ਵਾਰ-ਵਾਰ ਇਹ ਕਹਿੰਦੇ ਰਹੇ ਕਿ ਰਸਤੇ ਅਸੀਂ ਨਹੀਂ ਰੋਕੇ, ਰਸਤੇ ਪੁਲਿਸ ਨੇ ਰੋਕੇ ਨੇ, ਪੁਲਿਸ ਨੇ ਬੈਰੀਕੇਡਿੰਗ ਲਗਾਈ ਹੋਈ ਹੈ। ਪਰ ਉਸ ਤੋਂ ਬਾਅਦ ਪੁਲਿਸ ਨੇ ਵੀ ਦਾ ਖੇਡਿਆ ਤੇ ਪੁਲਿਸ ਨੇ ਆਪਣੀ ਬੈਰੀਕੇਡਿੰਗ ਹਟਾ ਲਈ। ਉਸ ਤੋਂ ਬਾਅਦ ਗੱਲ ਫਿਰ ਕਿਸਾਨਾਂ ਤੇ ਆ ਗਈ। ਫਿਰ ਕਿਸਾਨਾਂ ਨੇ ਕਿਹਾ ਕਿ ਹੁਣ ਰਸਤੇ ਖੋਲਣਾ ਠੀਕ ਨਹੀਂ ਹੈ ਕਿਉਂਕਿ ਪਿਛਲੇ ਦਿਨੀ ਕਈ ਵੱਡੇ ਹਾਦਸੇ ਹੋ ਚੁੱਕੇ ਨੇ ਔਰ ਹੁਣ ਕਿਸਾਨ ਇਹ ਨਹੀਂ ਚਾਹੁੰਦੇ ਕਿ ਇੱਥੋਂ ਵੱਡੇ ਵਾਹਨ ਜਿਹੜੇ ਨੇ ਟਰੱਕ, ਬੱਸਾਂ, ਕਾਰਾਂ ਲੰਘਣੇ ਸ਼ੁਰੂ ਹੋ ਜਾਣ ਤੇ ਉਸ ਨਾਲ ਜਿਹੜੇ ਸੜਕ ਦੇ ਆਸ-ਪਾਸ ਬੈਠੇ ਨੇ ਕਿਸਾਨ ਧਰਨੇ ਤੇ ਉਹਨਾਂ ਦਾ ਕੋਈ ਨੁਕਸਾਨ ਹੋਵੇ। ਪਿਛਲੇ ਕੁਝ ਦਿਨਾਂ ਤੋਂ ਗਾਜੀਪੁਰ ਤੇ ਟਿਕਰੀ ਬਾਰਡਰ ਤੇ ਹਲਚਲ ਜ਼ਰੂਰ ਤੇਜ਼ ਹੋਈ ਹੈ ਕਿਉਂਕਿ ਦਿੱਲੀ ਪੁਲਿਸ ਨੇ ਆਪਣੇ ਵੱਲੋਂ ਲਾਈਆਂ ਬੈਰੀਕੇਡ ਹਟਾ ਲਈਆਂ। ਹਾਲਾਂਕਿ ਰਸਤਾ ਪੁਲਿਸ ਉਸ ਲਿਹਾਜ਼ ਨਾਲ ਨਹੀਂ ਖੋਲ ਪਾਈ ਕਿਉਂਕਿ ਕਿਸਾਨਾਂ ਨੇ ਪੂਰੇ ਰਸਤੇ ਖੋਲਣ ਤੇ ਸਖਤ ਇਤਰਾਜ਼ ਜਤਾਇਆ। ਹੁਣ ਕਿਸਾਨਾਂ ਦਾ ਆਰੋਪ ਇਹ ਹੈ ਕਿ ਸਰਕਾਰ ਗਾਹੇ ਬਗਾਹੇ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਕਰ ਸਕਦੀ ਹੈ ਤੇ ਇਸੇ ਅੰਦੇਸ਼ੇ ਦੇ ਵਿੱਚ ਰਾਕੇਸ਼ ਟਿਕੈਤ ਤੇ ਗੁਰਨਾਮ ਸਿੰਘ ਚੜੂਨੀ ਵੱਲੋਂ ਸਰਕਾਰ ਨੂੰ ਨਵੇਂ ਅਲਟੀਮੇਟਮ ਆਏ ਨੇ। ਅਲਟੀਮੇਟਮ ਕੀ ਨੇ, ਪਹਿਲਾਂ ਇੱਕ ਸਟੋਰੀ ਦਿਖਾਉਣੀ ਹੈ, ਇੱਕ ਖਬਰ ਦਿਖਾਉਣੀ ਹੈ, ਉਸ ਤੋਂ ਬਾਅਦ ਮਹਿਮਾਨ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੇ ਵਿਚਾਲੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਮਗਰੋਂ ਦਿੱਲੀ ਬਾਰਡਰ ਤੋਂ ਇੱਕ ਪਾਸੇ ਦਾ ਰਾਹ ਵੀ ਖੋਲ ਦਿੱਤਾ ਗਿਆ, ਜਿਸ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਵੱਡੀ ਚੇਤਾਵਨੀ ਦੇ ਦਿੱਤੀ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਅੰਦੋਲਨ ਤੋਂ ਜ਼ਬਰੀ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਰਕਾਰੀ ਦਫ਼ਤਰਾਂ ਨੂੰ ਮੰਡੀ ਦੇ ਵਿੱਚ ਤਬਦੀਲ ਕਰ ਦੇਣਗੇ। यहाँ पर खड़ा तो गांव वाले अपना मंडी में तो धान और वो फसल बिक्री रही, अपना थानों में डीएम के वहां पे लगाओगे। ਰਾਕੇਸ਼ ਟਿਕੈਤ ਦਾ ਬਿਆਨ ਅਜੇ ਸਮੇਂ ਦੇ ਵਿੱਚ ਆਇਆ ਜਦੋਂ ਗਾਜ਼ੀਪੁਰ ਤੇ ਟਿਕਰੀ ਬਾਰਡਰ ਤੋਂ ਬੈਰੀਕੇਡ ਹਟਾਉਣ ਤੇ ਰਸਤਾ ਪੂਰੀ ਤਰ੍ਹਾਂ ਖੋਲ੍ਹਣ ਨੂੰ ਲੈ ਕੇ ਕਿਸਾਨ ਆਗੂਆਂ ਤੇ ਪੁਲਿਸ ਪ੍ਰਸ਼ਾਸਨ ਦੇ ਦਰਮਿਆਨ ਟਕਰਾਅ ਪੈਦਾ ਹੋਇਆ। ਉਧਰ ਗੁਰਨਾਮ ਚੜੂਨੀ ਨੇ ਵੀ ਸਰਕਾਰ ਨੂੰ ਸਿੱਧੀ ਧਮਕੀ ਦਿੱਤੀ ਹੈ। ਚੜੂਨੀ ਨੇ ਕਿਹਾ ਕਿ ਜੇ ਸੜਕਾਂ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪ੍ਰਧਾਨ ਮੰਤਰੀ ਦੇ ਘਰ ਦੇ ਅੱਗੇ ਦੀਵਾਲੀ ਮਨਾਈ ਜਾਵੇਗੀ। अगर सरकार ने सड़कें खाली करवाने की कोशिश की तो फिर इस बार की दिवाली मोदी के दरवाजे पे मनाएंगे। ਉੱਥੇ ਬੈਰੀਕੇਡ ਹਟਾਉਣ ਤੇ ਕੈਬਨਿਟ ਮੰਤਰੀ ਰਾਜਕੁਮਾਰ ਵੀਰਕਾ ਨੇ ਵੀ ਹਮਲਾ ਬੋਲਿਆ। ਉਹਨਾਂ ਸਵਾਲ ਚੁੱਕਿਆ ਕਿ ਬੈਰੀਕੇਡ ਹਟਾਉਣ ਦੇ ਪਿੱਛੇ ਕਿਸਾਨੀ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ। ਇਹ ਬੈਰੀਅਰ ਹਟਾਉਣ ਦੀ ਆੜ ਦੇ ਵਿੱਚ ਕਿਤੇ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ, ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਤੇ ਨਹੀਂ ਕੀਤੀ ਜਾ ਰਹੀ। ਇਹ ਸਵਾਲ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਖੜੇ ਹੋ ਰਿਹਾ ਔਰ ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨ ਬਹੁਤ ਖੁਦਾਰ ਹੈ, ਉਹ ਡਰਨ ਵਾਲੇ ਨਹੀਂ, ਉਹ ਧਮਕਾਏ ਜਾਣ ਵਾਲੇ ਨਹੀਂ ਹੈ। ਔਰ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਬੈਰੀਅਰ ਹਟਾਉਣ ਲਗਾਉਣ ਦੇ ਚੱਕਰ ਨੂੰ ਛੱਡ ਕੇ ਇਹ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਆ। ਬਹਰਹਾਲ ਦਿੱਲੀ ਦੇ ਬਾਰਡਰਾਂ ਤੇ ਬੈਰੀਕੇਡਿੰਗ ਕਾਰਨ ਬੰਦ ਹੋਏ ਰਸਤੇ ਇੱਕ ਪਾਸਿਓਂ ਜ਼ਰੂਰ ਖੁੱਲ ਗਏ ਨੇ, ਪਰ ਸਵਾਲ ਇਹੀ ਹੈ ਕਿ ਆਖਰ ਕਿਸਾਨ ਅਤੇ ਸਰਕਾਰ ਦੇ ਦਿਲ ਦੇ ਰਾਹ ਕਦੋਂ ਖੁੱਲਣਗੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਕਈ ਵੱਡੇ ਸਵਾਲ ਖੜੇ ਹੋਏ ਨੇ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ। ਕੀ ਸਰਕਾਰ ਵਾਕਿਆ ਹੀ ਧਰਨਾ ਖਤਮ ਕਰਵਾਉਣ ਦਾ ਪਲਾਨ ਬਣਾ ਰਹੀ ਹੈ? ਕੀ ਇਹ ਰਸਤੇ ਖੁੱਲਣਾ ਉਸੇ ਵੱਲ ਹੀ ਇਸ਼ਾਰਾ ਹੈ? ਕੀ ਦਿੱਲੀ ਦੇ ਬਾਰਡਰਾਂ ਤੇ ਰਾਹ ਖੁੱਲਣ ਨਾਲ ਫਿਰ ਟਕਰਾਅ ਵਧੇਗਾ? ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਰਾਕੇਸ਼ ਟਿਕੈਤ ਜਾਂ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਜੋ ਬਿਆਨ ਦਿੱਤੇ ਨੇ, ਕੀ ਉਹ ਬਿਆਨ ਸੰਯੁਕਤ ਕਿਸਾਨ ਮੋਰਚੇ ਦੇ ਨੇ ਜਾਂ ਉਹਨਾਂ ਦੇ ਆਪਣੇ ਪੱਧਰ ਤੇ ਦਿੱਤੇ ਗਏ ਨੇ? ਸੋ ਕਿਸਾਨ ਕਿਉਂ ਇਹ ਗੱਲ ਕਹਿ ਰਹੇ ਨੇ ਕਿ ਰਸਤਾ ਖੁੱਲਣ ਦੇ ਨਾਲ ਅੰਦੋਲਨ ਕਮਜ਼ੋਰ ਹੋਏਗਾ? ਇਹਨਾਂ ਸਾਰੇ ਬਿੰਦੂਆਂ ਤੇ ਗੱਲਬਾਤ ਕਰਾਂਗੇ। ਬੀਜੇਪੀ ਤੋਂ ਮਹਿਮਾਨ ਸਾਡੇ ਨਾਲ ਜੁੜਨਗੇ ਔਰ ਕਿਸਾਨ ਆਗੂ ਸਾਡੇ ਨਾਲ ਜੁੜੇ ਹੋਏ ਨੇ। ਅਮਰਜੀਤ ਸਿੰਘ ਰੜਾ ਔਰ ਬੀਜੇਪੀ ਤੋਂ ਸਾਡੇ ਨਾਲ ਹਰਜੀਤ ਗਰੇਵਾਲ ਜੁੜ ਰਹੇ ਨੇ।
ਬਹੁਤ ਬਹੁਤ ਸਵਾਗਤ ਹੈ ਦੋਨਾਂ ਮਹਿਮਾਨਾਂ ਦਾ। ਪਹਿਲਾਂ ਅਮਰਜੀਤ ਜੀ ਤੁਹਾਡੇ ਤੋਂ ਮੈਂ ਜਾਨਣਾ ਚਾਹੂੰਗਾ, ਬੜਾ ਸਿੱਧਾ ਜਾਂ ਸਪਸ਼ਟ ਸਵਾਲ ਹੈ ਕਿ ਕਿਸਾਨਾਂ ਨੂੰ ਇਹ ਕਿਉਂ ਲੱਗਦਾ ਹੈ ਕਿ ਰਸਤਾ ਖੁੱਲਣ ਦੇ ਨਾਲ ਅੰਦੋਲਨ ਕਮਜ਼ੋਰ ਹੋ ਸਕਦਾ ਹੈ, ਜਾਂ ਸਰਕਾਰ ਇਸ ਦੇ ਵਿੱਚ ਕੋਈ ਗੜਬੜ ਕਰ ਰਹੀ ਹੈ? ਇਹ ਮਹਿਜ ਰਸਤਾ ਸਿਰਫ ਰਸਤਾ ਖੋਲਣ ਲਈ ਜਾਂ ਲੋਕਾਂ ਦੇ ਆਉਣ ਜਾਣ ਲਈ ਨਹੀਂ ਖੋਲਿਆ ਜਾ ਰਿਹਾ? ਸਭ ਤੋਂ ਵੱਡੀ ਸੋਚਣ ਵਾਲੀ ਗੱਲ ਹੈ ਕਿ ਸੜਕਾਂ ਤੇ ਬੈਠੇ ਹੋਏ ਕਿਸਾਨਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ। 11 ਮਹੀਨੇ ਤੋਂ ਉੱਪਰ ਹੋ ਗਏ ਜੀ, ਹੁਣ ਤੱਕ ਸਰਕਾਰ ਇਹ ਸਾਰੇ ਮਸਲੇ ਨੂੰ ਹੱਲ ਕਰਨ ਦੇ ਵਿੱਚ ਨਾਕਾਮ ਰਹੀ ਹੈ ਜੀ। ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਲਖੀਮਪੁਰ ਖੀਰੀ ਦੇ ਵਿੱਚ ਸੜਕਾਂ ਦੇ ਤੁਰੇ ਜਾਂਦੇ ਆ ਤੇ ਪਿੱਛੋਂ ਵਾਰ ਕਰਕੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਆ ਹੁਣੇ ਤੁਸੀਂ ਦੇਖਿਆ ਸੜਕਾਂ ਤੇ ਤੁਰੀਆਂ ਜਾਂਦੀਆਂ ਬੀਬੀਆਂ ਜਿਹੜੀਆਂ ਉਹਨਾਂ ਦੇ ਉੱਤੇ ਟਿੱਪਰ ਜਿਹੜਾ ਆ ਉਹ ਚੜ ਕੇ ਉਹਨਾਂ ਦੀ ਮੌਤ ਹੋ ਗਈ। ਤੇ ਜਦੋਂ ਟ੍ਰੈਫਿਕ ਦੀ ਆਵਾਜਾਈ ਫੁੱਟਪਾਥ ਤੇ ਬੈਠਿਆਂ ਦੀ ਔਰ ਉਹ ਜਦੋਂ ਸੜਕਾਂ ਤੇ ਬੈਠੇ ਜਿਹੜੇ ਹਜ਼ਾਰਾਂ ਕਿਸਾਨ ਹੈ ਉਹਨਾਂ ਦੇ ਕੋਲ ਦੀ ਬੜੇ ਜਿਹੜੇ ਟ੍ਰੇਲਰ ਟਿੱਪਰ ਤੇ ਹੋਰ ਸਾਰੇ ਸਾਧਨ ਲੰਘਣਗੇ, ਜਾਨ ਨੂੰ ਖਤਰਾ ਤਾਂ ਉਹਨਾਂ ਦੀ ਨੂੰ ਹੈ। ਔਰ ਜਿਸ ਤਰ੍ਹਾਂ ਦਾ ਪਿਛੋਕੜ ਇਹਨਾਂ ਸਰਕਾਰਾਂ ਦਾ ਹੈ, ਬੀਜੇਪੀ ਦਾ ਖਾਸ ਕਰਕੇ, ਕਿ ਉਹਨਾਂ ਨੇ ਹੁਣ ਤੱਕ ਕਿ ਕਿਹੜਾ ਹਥਕੰਡਾ ਨਹੀਂ ਅਪਣਾਇਆ। ਕਦੀ ਅੰਦੋਲਨ ਖਾਲਿਸਤਾਨੀ ਹੋ ਗਿਆ, ਕਦੀ ਇਹਨਾਂ ਨੂੰ ਕਿਸਾਨ ਨਹੀਂ ਹੈ, ਇਹ ਤਾਂ ਗੁੰਡੇ ਹੈ। ਇਹਨਾਂ ਦੀ ਅਸਲ ਜਿਹੜੀ ਦਰਦ ਨੂੰ ਸਮਝਣ ਦੀ ਬਜਾਏ ਇਹਨਾਂ ਨੇ ਹਰ ਉਹ ਹਥਕੰਡਾ ਅਪਣਾਇਆ ਜਿਹੜੀ ਤਾਨਾਸ਼ਾਹ ਇੱਕ ਆਮ ਆਪਣੀ ਪ੍ਰਜਾ ਦੇ ਉੱਤੇ ਅਪਣਾਉਂਦਾ। ਪਰ ਹਲੇ ਤੱਕ ਲੋਕ ਬੈਠੇ ਹੋਏ ਆ, ਸਬਰ ਨਾਲ ਸੰਤੋਖ ਨਾਲ ਬੈਠੇ ਹੋਏ ਆ। ਹੁਣ ਵੀ ਕਿਸਾਨਾਂ ਨੇ ਰਾਹ ਨਹੀਂ ਬੰਦ ਕੀਤੇ, ਪਰ ਕਿਸਾਨਾਂ ਦੇ ਜਾਂ ਆਪਣੀ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਹੈ? ਕਿ ਇਹ ਸੜਕਾਂ ਖੋਲ ਕੇ ਮਸਲਾ ਹੱਲ ਹੋ ਜਾਣਾ, ਇਹ ਸੋਚਣ ਦੀ ਲੋੜ ਹੈ। ਹਰਜੀਤ ਗਰੇਵਾਲ ਜੀ, ਦਰਅਸਲ ਸਵਾਲ ਇਹ ਹੈ, ਜਿੰਨੀ ਕੁ ਗੱਲ ਮੈਂ ਅਮਰਜੀਤ ਜੀ ਦੀ ਸਮਝ ਪਾਇਆ, ਰਸਤਾ ਖੋਲਣਾ ਜਾਂ ਲੋਕਾਂ ਨੂੰ ਉੱਥੋਂ ਲੰਘਣ ਲਈ ਰਾਹ ਦੇਣਾ ਇਹ ਕੋਈ ਵੱਡੀ ਗੱਲ ਨਹੀਂ ਹੈ, ਔਰ ਨਾ ਹੀ ਕੋਈ ਕਿਸਾਨਾਂ ਨੂੰ ਇਸ ਦੇ ਉੱਪਰ ਕੋਈ ਬਹੁਤ ਵੱਡੇ ਇਤਰਾਜ਼ ਨੇ। ਮੁੱਦਾ ਦਰਅਸਲ ਇਹ ਹੈ ਵੀ ਪਿਛਲੇ 11 ਮਹੀਨਿਆਂ ਤੋਂ ਜਿਸ ਤਰੀਕੇ ਨਾਲ ਕਿਸਾਨ ਬੈਠੇ ਨੇ ਉਸ ਨੂੰ ਲੈ ਕੇ, ਜਿਵੇਂ 7-8 ਮਹੀਨਿਆਂ ਤੋਂ 9 ਮਹੀਨਿਆਂ ਤੋਂ ਤਾਂ ਕੋਈ ਗੱਲਬਾਤ ਹੀ ਨਹੀਂ ਹੋਈ, ਉਸ ਨੂੰ ਲੈ ਕੇ ਦਰਅਸਲ ਭਰੋਸਾ ਟੁੱਟ ਚੁੱਕਿਆ ਹੈ। ਗੱਲ ਜਿਹੜੀ ਹੈਗੀ ਆ ਉਹ ਭਰੋਸੇ ਦੀ ਹੈ, ਗੱਲ ਰਸਤੇ ਦੀ ਹੈ ਹੀ ਨਹੀਂ। ਕੀ ਸਮਝਦੇ ਹੋ? ਵਿਜੇਪਾਲ ਜੀ, ਮੇਰੀ ਗੱਲ ਧਿਆਨ ਨਾਲ ਸੁਣਨਾ। ਪਹਿਲੀ ਗੱਲ ਤਾਂ ਇਹ ਆ ਕਿ ਇਹ ਅੰਦੋਲਨ ਜਿਹੜਾ ਹੈਗਾ ਨਾ, ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਆ। ਹਾਂ, ਜਿਹੜੇ ਕਿਸਾਨ ਆਰਗੇਨਾਈਜ਼ ਕੀਤੇ ਹੋਏ ਆ ਉਹ ਜੈਨੂਨ ਕਿਸਾਨ ਆ, ਔਰ ਜਿਹੜੀਆਂ ਜਥੇਬੰਦੀਆਂ ਦੇ ਲੀਡਰ ਨੇ ਉਹ ਸਿਆਸਤ ਤੋਂ ਪ੍ਰੇਰਿਤ ਨੇ। ਜਿਹੜਾ ਇਹ ਕਹਿੰਦੇ ਆ ਕਿ ਜਦੋਂ ਕਹੀਦਾ ਨਾ ਕਿ ਇਹ ਕਾਮਰੇਡ ਹੈਗਾ ਜੀ, ਤੇ ਅਸੀਂ ਉਸ ਕਿਸਾਨ ਨੇਤਾ ਜਿਹੜਾ ਜਥੇਬੰਦੀ ਦਾ ਲੀਡਰ ਆ, ਜਿਹਨੇ ਜਥੇਬੰਦੀ ਬਣਾਈ ਹੋਈ ਆ, ਉਸ ਨੂੰ ਕਹਿੰਦੇ ਆ ਕਿ ਇਹ ਕਾਮਰੇਡ ਆ। ਹੁਣ ਕੌਣ ਇੱਥੇ ਮਨਾ ਕਰੇਗਾ ਕਿ ਕਾਮਰੇਡ ਦਰਸ਼ਨਪਾਲ ਜਿਹੜਾ ਦਰਸ਼ਨਪਾਲ ਜੀ ਨੇ ਉਹ ਕਾਮਰੇਡ ਨਹੀਂ ਹੈਗੇ? ਕੌਣ ਕਹੇਗਾ ਕਿ ਉਹ ਨਕਸਲਾਈਟ ਨਹੀਂ ਹੈਗੇ? ਉਹ ਫਾਊਂਡਰ ਮੈਂਬਰ ਨੇ ਇੱਥੇ। ਤੇ ਇਸੇ ਤਰ੍ਹਾਂ ਬਾਕੀ ਲੋਕ ਜਿਹੜੇ ਆ ਅਲੱਗ-ਅਲੱਗ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਨੇ, ਔਰ ਕਿਸਾਨ ਹਿੱਤਾਂ ਤੋਂ ਪੂਰੀ ਤਰ੍ਹਾਂ ਪ੍ਰੇਰਿਤ ਨਹੀਂ। ਜਿਹੜਾ ਕਿਸਾਨ ਸੜਕਾਂ ਤੇ ਬੈਠਾ ਉਹ ਜੈਨੂਨ ਕਿਸਾਨ ਆ। ਉਹਨੂੰ ਇਹ ਕਹਿ ਕੇ ਲੈ ਗਏ ਕਿ ਤੇਰੀ ਜ਼ਮੀਨ ਖੋ ਕੇ ਅਡਾਨੀ ਅੰਬਾਨੀ ਨੂੰ ਦੇ ਦੇਣੀ, ਉਹ ਮਰਨ ਤੇ ਹੋ ਕੇ ਚਲਿਆ ਗਿਆ। ਔਰ ਹੁਣ ਇਸ ਅੰਦੋਲਨ ਨੂੰ ਖੁਦ ਖਤਮ ਨਹੀਂ ਕਰਨਾ ਚਾਹੁੰਦੇ। ਸਰਕਾਰ ਤਾਂ ਚਾਹੁੰਦੀ ਹੈ, ਇਹ ਕਹਿੰਦੇ ਸਾਨੂੰ ਪੁੱਛਿਆ ਨਹੀਂ। ਪੁੱਛਿਆ ਕਿਉਂ ਨਹੀਂ ਹੈ? ਔਰ ਤੀਸਰੀ ਗੱਲ ਜਿਹੜੀ ਆ, ਇਹ ਕਿਸਾਨ ਲੀਡਰ ਜਿਸ ਤਰ੍ਹਾਂ ਚੜੂਨੀ ਹੋਏ, ਟਕੈਤ ਹੋਏ, ਇਹਨਾਂ ਦੀ ਮਨਸ਼ਾ ਕੀ ਆ? ਇਹਨਾਂ ਦੀ ਮਨਸ਼ਾ ਇਹ ਆ ਕਿ ਕਿਸਾਨਾਂ ਨੂੰ ਭੜਕਾ ਕੇ ਅਸੀਂ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਕਰਾਈਏ ਕਿ ਸਰਕਾਰ ਇਹਨਾਂ ਤੇ ਲਾਠੀ ਗੋਲੀ ਚਲਾਵੇ। ਪਰ ਸਰਕਾਰ ਨੇ ਇਹ ਸੋਚਿਆ ਹੋਇਆ ਕਿ ਅਸੀਂ ਜਿਹੜਾ ਜੈਨੂਨ ਕਿਸਾਨ ਆ ਉਹਦੇ ਤੇ ਕੋਈ ਲਾਠੀ ਗੋਲੀ ਨਹੀਂ ਚਲਾਉਣੀ। ਅਗਰ ਕੋਈ ਇਸ ਤਰ੍ਹਾਂ ਦੀ ਹਰਕਤ ਕਰਦੇ ਆ, ਇਹ ਜਿਸ ਤਰ੍ਹਾਂ ਕਹਿੰਦੇ ਆ ਕਿ ਪਾਰਲੀਮੈਂਟ 'ਚ ਜਾ ਕੇ ਬੈਠਾਂਗੇ, ਪ੍ਰਧਾਨ ਮੰਤਰੀ ਦੇ ਘਰ 'ਚ ਵੜ ਜਾਾਂਗੇ, ਚੜੂਨੀ ਸਾਹਿਬ ਨੂੰ ਕਹਿੰਦੇ ਵੜ ਕੇ ਦੇਖ ਲਓ। ਐਸੀ ਕੋਈ ਗੱਲ ਨਹੀਂ। ਦੇਸ਼ ਇੰਨਾ ਕਮਜ਼ੋਰ ਨਹੀਂ ਹੈ ਕਿ ਕੋਈ ਆਦਮੀ ਇੱਦਾਂ ਦੀਆਂ ਧਮਕੀਆਂ ਦੇਵੇ। ਧਮਕੀ ਨਾ ਦੇਣ। ਕਿਸਾਨਾਂ ਨੂੰ ਬਿਲਕੁਲ ਪਰੇਸ਼ਾਨ ਨਹੀਂ ਕਰ ਰਹੀ ਸਰਕਾਰ। ਇਹ ਮੈਂ ਵਾਅਦਾ ਕਰਦਾ ਤੁਹਾਡੇ ਨਾਲ, ਨਾ ਕਿਸਾਨ ਤੇ ਲਾਠੀ ਡੰਡਾ ਮਾਰਨਾ ਸਰਕਾਰ ਨੇ। ਇਹ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ, ਇਹ ਭੜਕਾਉਣਾ ਚਾਹੁੰਦੇ ਨੇ, ਇਹ ਅੰਦੋਲਨ ਨੂੰ ਜਿਹੜਾ ਹਿੰਸਕ ਬਣਾਉਂਦੇ ਨੇ, ਇਹ ਜਾਣ ਬੁੱਝ ਕੇ ਕਰਦੇ ਨੇ। ਮੇਰੇ ਕੋਲ ਉਦਾਹਰਨਾਂ ਨੇ ਇਹਦੀਆਂ, ਜੇ ਮੈਂ ਕਹਿ ਦਿਆਂ, ਇਹਨਾਂ ਦੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੋਣ ਦੀਆਂ ਵੀ ਐਗਜ਼ਾਮਪਲ ਨੇ। ਇਸ ਕਰਕੇ ਇਹ ਕਿਸਾਨ ਨੂੰ ਗੁੰਮਰਾਹ ਕਰਨ 'ਚ ਲੱਗੇ ਹੋਏ ਆ। ਸਰਕਾਰ ਬਿਲਕੁਲ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਜਿਹੜੀ ਗੱਲ ਆ ਉਹ ਸਾਰੀਆਂ ਮੰਨਣ ਨੂੰ ਤਿਆਰ ਆ,
ਔਰ ਪਹਿਲਾਂ ਵੀ ਤਿਆਰ ਸੀ, ਅੱਜ ਵੀ ਤਿਆਰ ਠੀਕ ਆ। ਹੈ। ਸਾਡੀ ਸਰਕਾਰ ਕਿਸਾਨ ਹਿੱਤੂ ਆ, ਪ੍ਰਧਾਨ ਚਲੋ, ਜਵਾਬ ਮੰਤਰੀ ਦੇ- ਵੀ ਕਿਸਾਨ ਹਿੱਤੂ ਨੇ। ਇਹ ਜਾਣਬੁੱਝ ਕੇ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਕਿਸਾਨ ਵਿਰੋਧੀ ਆ, ਇਹ ਜਾਣਬੁੱਝ ਕੇ ਦਿਖਾਉਣਾ ਚਾਹੁੰਦੇ ਆ। ਇਹ ਪ੍ਰਧਾਨ ਮੰਤਰੀ ਨਹੀਂ, ਦਾ ਫਿਰ- ਚਿਹਰਾ, ਫਿਰ- ਇਹ ਫਿਰ ਦੇ- ਗਰੇਵਾਲ ਸਾਹਿਬ, ਸਾਡੀ ਸਰਕਾਰ ਗਰੇਵਾਲ ਦੀ ਸਾਹਿਬ, ਦਿੱਖ ਖਰਾਬ ਗਰੇਵਾਲ ਕਰਨਾ ਸਾਹਿਬ। ਚਾਹੁੰਦੇ ਆ। ਇੱਕ ਸੈਕਿੰਡ ਮੇਰੀ ਗੱਲ ਸੁਣੋ। ਫਿਰ ਆਪਾਂ 5 ਫੁੱਟ ਰਸਤਾ ਖੋਲੀਏ, 4 ਫੁੱਟ ਰਸਤਾ ਖੋਲੀਏ, ਉਹਦੇ ਤੇ ਫਿਰ ਮੀਟਿੰਗਾਂ ਹੋਣ, ਉਹਦੇ ਨਾਲੋਂ ਫਿਰ ਸਿੱਧਾ ਹੀ ਤੁਸੀਂ ਪੱਕਾ ਹੀ ਹੱਲ ਕਰਵਾ ਦਿਓ, ਪੱਕੇ ਹੀ ਰਸਤੇ ਖੁੱਲ ਜਾਣ। ਫਿਰ ਇਹ ਕੋਸ਼ਿਸ਼ ਕਿਉਂ ਨਾ ਕੀਤੀ ਜਾਵੇ? ਤੁਸੀਂ ਬਾਈ, ਕਿਉਂ ਲੀਡਰ, ਨਹੀਂ ਕਰਦੇ? ਤੁਸੀਂ ਕਹਿ ਰਹੇ ਹੋ ਵੀ ਤੁਹਾਡਾ ਲੀਡਰ ਖਿਆਲ ਆ, ਇਹ ਹੈ ਕੋਸ਼ਿਸ਼ ਕੋਈ ਨਹੀਂ ਕਿਸੇ ਹੁੰਦੀ? ਤੁਹਾਡਾ ਕੀ ਖਿਆਲ ਆ? ਇਹ ਨਹੀਂ ਖਤਮ ਕਰਨਾ ਚਾਹੁੰਦੇ। ਇਹ ਚੜੂਨੀ ਵਰਗੇ ਬੰਦੇ ਜਿਹੜੇ ਬਿਆਨ ਦਿੰਦੇ ਆ, ਇਹ ਨਹੀਂ ਖਤਮ ਕਰਨਾ ਚਾਹੁੰਦੇ। ਜਦੋਂ ਕਿਸਾਨ ਨੂੰ ਪੂਰੀ ਸਮਝ ਆ ਗਈ ਨਾ, ਕਿਸਾਨ ਨੇ ਇਹਨਾਂ ਨੂੰ ਲੱਭਦੇ ਫਿਰਨਾ ਤੁਸੀਂ ਕਿੱਥੇ ਹੋ। ਐਸੀ ਗੱਲ ਨਹੀਂ ਹੈ। ਨਹੀਂ, ਜੇ ਗਰੇਵਾਲ ਸਾਹਿਬ ਮੇਰੀ ਗੱਲ ਸੁਣੋ, ਜੇ ਸਰਕਾਰ ਇਹ ਬਿਆਨ ਦੇਊਗੀ ਕਿ ਅਸੀਂ ਕਿਸਾਨ ਸਾਡੇ ਕੋਲੇ ਆਉਣ, ਖੁੱਲੇ ਦਿਲ ਨਾਲ ਮੀਟਿੰਗ ਕਰਦੇ ਆਂ ਤੇ ਬੈਠ ਕੇ ਜਿਹੜੀ ਗੱਲ ਹੈ ਵਿਚਾਰਾਂਗੇ, ਜੇ ਤੁਸੀਂ ਉਹਨਾਂ ਨੂੰ ਬੁਲਾਉਣੇ ਹੋ ਤੇ ਫਿਰ ਕਾਨੂੰਨੀ ਕੀ ਬਿਆਨ ਦਿੰਦੇ ਆ ਜਾਂ ਰਕੇਸ਼ ਕੀ ਟਕੈਤ ਕੀ ਬਿਆਨ ਦਿੰਦੇ ਆ, ਉਹਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ। ਫਿਰ ਤੇ 40 ਜਥੇਬੰਦੀਆਂ ਦਾ ਇੱਕ ਡਿਸੀਜਨ ਹੈ, ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਹੈ। ਗੱਲ ਸੁਣ ਲਓ, ਤੁਸੀਂ ਕਾਲ ਦਿਓ ਤੇ ਆ ਜਾਣ ਜੀ ਜੀ। ਅਰੇ ਜੀ, ਐਗਰੀਕਲਚਰ ਮਿਨਿਸਟਰ ਨੇ 10 ਵਾਰ ਕਹਿਤਾ, ਟੀਵੀ ਦੇ ਉੱਪਰ ਵੀ ਕਿਹਾ ਕਿ ਭਾਈ ਕਿਸਾਨ ਹਿੱਤਾਂ ਦੇ ਲਈ ਮੇਰੇ ਕੋਲ ਅੱਧੀ ਰਾਤ ਵੀ ਆ ਸਕਦੇ ਹੋ ਤੇ ਮੈਨੂੰ ਫੋਨ ਕਰੋ, ਆ ਕੇ ਬੈਠੋ, ਮੈਨੂੰ ਦੱਸੋ ਕੀ ਕਰਨਾ, ਕੀ ਆਪਾਂ ਕਰ ਸਕਦੇ ਆ, ਕਿਸ ਤਰ੍ਹਾਂ ਇਹਨੂੰ ਖਤਮ ਕਰੀਏ। ਇਹ ਗੱਲ ਕਹਿ ਚੁੱਕੇ ਆ ਬਾਰ-ਬਾਰ, ਬੜੀਆਂ ਕੋਸ਼ਿਸ਼ਾਂ ਕਰ ਲੀਆਂ, ਐਸੀ ਗੱਲ ਨਹੀਂ। ਪਰ ਉਹ ਸ਼ਰਤਾਂ ਨਾਲ ਮੀਟਿੰਗਾਂ, ਉਹ ਸ਼ਰਤਾਂ ਦੀ ਕਾਲ ਹੈ ਨਾ ਜੀ ਗਰੇਵਾਲ ਸਾਹਿਬ, ਉਹ ਸ਼ਰਤਾਂ ਨਾਲ ਕਾਲ ਹੈ। ਸ਼ਰਤਾਂ ਨਾਲ ਕਾਲ ਤੁਹਾਨੂੰ ਪਤਾ ਹੈ। ਮੇਰੀ ਗੱਲ ਸੁਣੋ, ਇੱਕ ਮਿੰਟ ਸੁਣੋ ਜੀ, ਇੱਕ ਮਿੰਟ ਸੁਣੋ। ਇਹ ਵੀ ਤਾਂ ਸ਼ਰਤ ਹੀ ਰੱਖਦੇ ਆ, ਇਹ ਵੀ ਤਾਂ ਸ਼ਰਤ ਹੀ ਰੱਖਦੇ ਆ ਨਾ। ਜਦੋਂ ਗੱਲ ਖਤਮ ਹੋ ਜਾਂਦੀ ਆ, ਬਾਅਦ ਚ ਕਹਿੰਦੇ ਆ ਇਹ ਰੱਦ ਕਰੋ ਜੀ, ਠੀਕ ਹੈ ਨਾ ਗੱਲ। ਤੇ ਇਸ ਕਰਕੇ ਕਾਨੂੰਨਾਂ 'ਚ ਕੁਝ ਵੀ ਨਹੀਂ ਹੈ। ਔਰ ਜਿਹੜੇ ਕਾਨੂੰਨ ਅੱਜ ਲਾਗੂ ਨਹੀਂ ਹੈ, ਮਾਨਯੋਗ ਸੁਪਰੀਮ ਕੋਰਟ ਨੇ ਹੋਲਡ ਤੇ ਪਾਏ ਹੋਏ ਆ, ਔਰ ਸਰਕਾਰ ਨੇ ਵੀ ਕਿਹਾ ਕਿ ਜਦੋਂ ਤੱਕ ਫੈਸਲਾ ਨਹੀਂ ਹੋਗਾ ਨਹੀਂ ਲਾਗੂ ਕਰਾਂਗੇ। ਉਹਨਾਂ ਕਾਨੂੰਨਾਂ ਦੇ ਲਈ ਧਰਨੇ ਦਿੱਤੇ ਹੋਏ ਆ, ਪ੍ਰਦਰਸ਼ਨ ਕਰ ਰਹੇ ਆ। ਬੈਠ ਕੇ ਗੱਲ ਕਰ ਲੈਣ, ਗੱਲ ਖਤਮ ਕਰ ਲੈਣ। 5 ਮੈਂਬਰਾਂ ਦੀ ਕਮੇਟੀ ਦੇ ਦੇਣ, ਸਰਕਾਰ ਦੇ ਦਿੰਦੀ ਹੈ। 50 ਵਾਰ ਕਹਿੰਦਾ। ਹੁਣ ਮੈਂ 2 ਮਿੰਟ, ਠੀਕ ਹੈ, ਚਲੋ ਠੀਕ ਹੈ, ਮੈਂ 2 ਮਿੰਟ ਅਮਰਜੀਤ ਜੀ ਤੋਂ ਹੁਣ ਜਵਾਬ ਲੈ ਲਾਂ। ਅਮਰਜੀਤ ਜੀ, ਹੁਣ ਕਾਫੀ ਗੱਲਾਂ ਇਕੱਠੀਆਂ ਹੋ ਗਈਆਂ, ਤੁਸੀਂ ਇੱਕ ਇੱਕ ਕਰਕੇ ਇਹਨਾਂ ਦਾ ਰਿਪਲਾਈ ਕਰੋ, ਜਵਾਬ ਦੇ ਦਿਓ, ਕਿਉਂਕਿ ਬੜੀ ਗੱਲ ਸਮਝਣ ਵਾਲੀ ਇਹ ਹੈ ਕਿ ਮੈਂ ਗਰੇਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ। ਗਰੇਵਾਲ ਸਾਹਿਬ, ਤੁਸੀਂ ਲਖੀਮਪੁਰ ਖੀਰੀ ਦੇ ਵਿੱਚ ਪ੍ਰਦਰਸ਼ਨ ਕਰਦੇ ਪਿੱਛੋਂ ਗੱਡੀਆਂ ਚਾੜ ਕੇ ਮਾਰੇ ਹੋਏ ਲੋਕਾਂ ਨੂੰ ਜਿਹੜੇ ਆ ਉਹਨਾਂ ਨੂੰ ਕਿਸਾਨ ਮੰਨਦੇ ਹੋ ਕਿ ਨਹੀਂ? ਫਿਰ ਦੂਸਰੀ ਗੱਲ, ਜਿਹੜੀਆਂ ਬੀਬੀਆਂ ਜਿਨ੍ਹਾਂ ਦੇ ਉੱਤੇ ਸੜਕ ਤੇ ਤੁਰੀਆਂ ਜਾਂਦੀਆਂ ਨੇ, ਉਹਨਾਂ ਦੇ ਉੱਤੇ ਟਿੱਪਰ ਚੜ ਕੇ ਸ਼ਹੀਦ ਹੋ ਗਈਆਂ, ਉਹਨਾਂ ਨੂੰ ਕਿਸਾਨ ਮੰਨਦੇ ਹੋ ਕਿ ਨਹੀਂ? 700 ਕਿਸਾਨ ਇਹਨਾਂ ਹੀ ਬਾਰਡਰਾਂ ਤੇ ਬੈਠਾ ਸ਼ਹੀਦ ਹੋ ਗਿਆ। ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਇਹ ਤਾਂ ਰਾਜਨੀਤੀ ਤੋਂ ਪ੍ਰੇਰਿਤ ਹੈ ਲੀਡਰ ਜੀ, ਪਰ ਤੁਸੀਂ ਤਾਂ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਨਾ, ਤੁਸੀਂ ਤਾਂ ਦੇਸ਼ ਭਗਤ ਹੋ। ਤੁਹਾਡੀ ਸਰਕਾਰ ਤਾਂ ਦੇਸ਼ ਹਿੱਤਾਂ 'ਚ ਕੰਮ ਕਰਦੀ ਹੈ। ਤੇ ਫਿਰ 11 ਮਹੀਨੇ ਬੈਠੇ ਹੋਏ ਕਿਸਾਨਾਂ ਤੇ ਤੁਸੀਂ ਮੰਨਿਆ ਆਪ ਕਿ ਸੜਕਾਂ ਤੇ ਬੈਠੇ ਹੋਏ ਕਿਸਾਨ ਹੈ। ਛੱਡੋ ਲੀਡਰਾਂ ਨੂੰ, ਤੁਸੀਂ ਉਹਨਾਂ ਦੇ ਵਾਸਤੇ ਹੀ ਇਹ ਕਾਨੂੰਨਾਂ ਨੂੰ ਤੁਸੀਂ ਰੱਦ ਕਿਉਂ ਨਹੀਂ ਕਰਦੇ? ਬਣਾ ਲਿਓ, ਫਿਰ ਦੁਬਾਰਾ ਕਮੇਟੀ ਬਣਾ ਲਓ, ਉਹਦੇ ਤੋਂ ਬਾਅਦ ਤੁਸੀਂ ਬਣਾ ਲਿਓ ਨਵੇਂ ਕਾਨੂੰਨ ਜਿਹੜੇ ਬਣਾਉਣੇ ਆ। ਦੋਹਰਾ ਮਾਪਦੰਡ ਅਪਣਾਓਗੇ ਤੇ ਇਸ ਦੇਸ਼ ਦਾ ਕਿਸਾਨ ਵੀ ਦੇਖਦਾ, ਮਜ਼ਦੂਰ ਵੀ ਦੇਖਦਾ। ਤੁਸੀਂ ਸਿੱਧੇ ਉਹਨਾਂ ਕਾਰਪੋਰੇਟਾਂ ਦੇ ਘਰਾਂ ਜਿਹੜੇ ਹੱਥਾਂ 'ਚ ਖੇਡਦੇ ਹੋ, ਅਡਾਨੀਆਂ ਵਾਨੀਆਂ ਦੇ ਹੱਥ ਟੋਕਾ ਬਣੇ ਹੋਏ ਹੋ। ਇਸ ਤੋਂ ਜ਼ਿਆਦਾ ਤੁਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਕਿਹਾ ਨਰਿੰਦਰ ਤੋਮਰ ਸਾਡੇ ਐਗਰੀਕਲਚਰ ਮਿਨਿਸਟਰ ਹੈ, ਅਸੀਂ ਕਦੋਂ ਡੱਕਿਆ ਕਿ ਉਹ ਸਾਨੂੰ ਮੀਟਿੰਗ ਦਾ ਸੱਦਾ ਨਾ ਦੇਣ? ਮੇਰੇ ਕੋਲੇ ਰਾਤ ਨੂੰ ਆ ਜਾਓ, ਇਦਾਂ ਕਿਸਾਨ ਜਥੇਬੰਦੀਆਂ ਕਹਿ ਦੇਣਗੀਆਂ ਵੀ ਸਾਡੇ ਕੋਲੇ ਰਾਤ ਨੂੰ ਆ ਜਾਓ। ਅਮਰਜੀਤ ਜੀ ਇਸ ਪੱਧਰ ਦੀਆਂ ਮੀਟਿੰਗਾਂ ਸਿਰਫ ਅਖਬਾਰੀ ਬਿਆਨਾਂ ਤੇ ਗੱਲਾਂ ਕਰਨ ਦੇ ਨਾਲ ਨਹੀਂ ਹੋਣੀਆਂ। ਇੱਕ ਸੈਕਿੰਡ ਲਈ ਮੈਂ ਤੁਹਾਨੂੰ ਐਡ ਆਨ ਕਰਨਾ ਚਾਹਣਾ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਦੇ ਵਿੱਚ, ਕਿਉਂਕਿ ਵਾਰ-ਵਾਰ ਇਹ ਗੱਲ ਉੱਠਦੀ ਹੈ ਕਿ ਕਿਸਾਨ ਵੀ ਅੜੇ ਹੋਏ ਆ, ਕਿਸਾਨਾਂ ਦੀਆਂ ਵੀ ਸ਼ਰਤਾਂ ਨੇ। ਕਿਸਾਨ ਕਹਿੰਦੇ ਆ ਅਸੀਂ ਸਰਕਾਰ ਮੀਟਿੰਗ ਬੁਲਾਵੇ ਔਰ ਅਸੀਂ ਰੱਦ ਕਰਨ ਤੋਂ ਘੱਟ ਆਉਣਾ ਹੀ ਨਹੀਂ, ਜਾਂ ਅਸੀਂ ਹਾਂ ਜਾਂ ਨਾ 'ਚ ਗੱਲ ਕਰਨੀ ਹੈ। ਇਹ ਵਾਰ-ਵਾਰ ਸਰਕਾਰ ਤਰਕ ਦਿੰਦੀ ਹੈ, ਜਾਂ ਗਰੇਵਾਲ ਜੀ ਵੀ ਵਾਰ-ਵਾਰ ਕਹਿੰਦੇ ਨੇ। ਮੈਂ ਚਾਹੂੰਗਾ ਕਿ ਤੁਸੀਂ ਇਹਦੇ ਬਾਰੇ ਜ਼ਰਾ ਸਪਸ਼ਟ ਕਰ ਦਿਓ ਕਿ ਜੇ ਸਰਕਾਰ ਇਹ ਕਹਿੰਦੀ ਹੈ ਵੀ ਸਾਡੇ ਕੋਲੇ ਮੀਟਿੰਗ ਕਰਨ ਲਈ ਆਓ, ਸਿਰਫ ਵਨ ਲਾਈਨਰ, ਜੇ ਸਰਕਾਰ ਐਂ ਕਹਿੰਦੀ ਹੈ ਕਿ ਕਿਸਾਨ ਸਾਡੇ ਕੋਲੇ ਮੀਟਿੰਗ ਕਰਨ ਲਈ ਆਉਣ, ਕੋਈ ਸ਼ਰਤ ਨਹੀਂ ਉਸ ਦੇ ਵਿੱਚ, ਤਾਂ ਕੀ ਕਿਸਾਨਾਂ ਦੀ ਵੀ ਕੋਈ ਸ਼ਰਤ ਹੈਗੀ ਹੈ ਮੀਟਿੰਗ ਕਰਨ 'ਚ ਜਾਣ ਲਈ? ਦੇਖੋ, ਇਹ ਤਾਂ ਉਦੋਂ ਦੀ ਗੱਲ ਹੈ ਨਾ ਜਦੋਂ ਸਰਕਾਰ ਸਾਨੂੰ ਇਹ ਪ੍ਰਪੋਜ਼ਲ ਭੇਜੇਗੀ ਜਾਂ ਸਾਨੂੰ ਇਹ ਦੱਸੇਗੀ ਕਿ ਆਓ ਮੀਟਿੰਗ ਕਰਨ ਵਾਸਤੇ ਆ ਜਗ੍ਹਾ ਤੇ ਇਸ ਸਮੇਂ ਤੇ ਆਉਣਾ।
ਉਸ ਤੋਂ ਬਾਅਦ ਦੇਸ਼ ਦੇ ਕਿਸਾਨ ਜਿਹੜੇ ਆ ਸੰਯੁਕਤ ਮੋਰਚਾ ਤੈਅ ਕਰੇਗਾ ਕਿ ਅਸੀਂ ਕਿਸ ਪੱਧਰ ਤੱਕ ਜਾਣਾ ਹੈ, ਕਿਸ ਪੱਧਰ ਤੱਕ ਇਹ ਗੱਲਬਾਤ ਨੂੰ ਅੱਗੇ ਲੈ ਕੇ ਜਾਣਾ ਹੈ। ਇਹ ਤਾਂ ਟੇਬਲ ਤੇ ਬਹਿ ਕੇ ਹੋਣ ਵਾਲੀਆਂ ਗੱਲਾਂ ਹੈ, ਇਹ ਅੰਦਰ ਦੀਆਂ ਗੱਲਾਂ ਹੈ। ਜਦੋਂ ਇਹ ਗੱਲ ਸੱਦਾ ਆਏਗਾ ਉਸ ਵੇਲੇ ਹੋਣੀਆਂ। ਸਿਰਫ ਇਹ ਕਹਿ ਦੇਣਾ ਕਿ ਅਸੀਂ ਤਾਂ ਗੱਲਬਾਤ ਕਰਨ ਨੂੰ ਤਿਆਰ ਹੈ, ਰਾਤ ਨੂੰ ਸੱਦਾ ਨਹੀਂ ਮੈਂ ਅਮਰਜੀਤ ਜੀ ਤੁਹਾਡੇ ਤੋਂ ਇਹ ਸਵਾਲ ਇਸ ਲਈ ਪੁੱਛਿਆ, ਮੈਂ ਤੁਹਾਡੇ ਤੋਂ ਇਹ ਸਵਾਲ ਇਸ ਲਈ ਪੁੱਛਿਆ ਕਿ ਬੀਜੇਪੀ ਵਾਰ-ਵਾਰ ਇਹ ਕਹਿੰਦੀ ਹੈ ਵੀ ਕਿਸਾਨ ਅੜੇ ਹੋਏ ਨੇ, ਇਸ ਲਈ ਪੁੱਛਿਆ ਮੈਂ। ਨਹੀਂ, ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦਿੱਤਾ ਹੈ ਕਿ ਇਹ ਜਦੋਂ ਸਰਕਾਰ ਗੱਲ ਕਰਨ ਦਾ ਮਨ ਬਣਾਏਗੀ, ਇੱਕ ਆਫੀਸ਼ੀਅਲੀ ਇੱਕ ਸੱਦਾ ਭੇਜੇਗੀ, ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਬੈਠ ਕੇ ਗੱਲ ਕਰਨਗੀਆਂ। ਜੇ ਸ਼ਰਤਾਂ ਰੱਖਣਗੀਆਂ ਫਿਰ ਇਹ ਗੱਲ ਕਰਨ, ਜੇਕਰ ਸ਼ਰਤਾਂ ਇਹਨਾਂ ਨੂੰ ਮਨਜ਼ੂਰ ਨਹੀਂ ਹੋਣਗੀਆਂ ਇਹ ਜਵਾਬ ਦੇਣ ਕਹਿਣ ਦੀ ਗੱਲ। ਹੁਣ ਜਨਵਰੀ 22 ਤੋਂ ਬਾਅਦ ਹੁਣ ਤੱਕ ਕਿਸੇ ਤਰ੍ਹਾਂ ਦੀ ਵੀ ਮੀਟਿੰਗ ਨਹੀਂ ਹੋਈ। ਸਰਕਾਰ ਦੀ ਮਨਸ਼ਾ ਲੋਕਾਂ ਦੇ ਹਿੱਤ ਦੀ ਲੱਗਦੀ ਹੈ ਤੁਹਾਨੂੰ? ਸੜਕਾਂ ਤੇ ਬੈਠੇ ਉਹਨਾਂ ਬਜ਼ੁਰਗਾਂ ਦੀ ਜਿਨ੍ਹਾਂ ਨੂੰ ਇਹ ਕਿਸਾਨ ਮੰਨਦੇ ਆ, ਉਹਨਾਂ ਨੂੰ ਘਰ ਨੂੰ ਭੇਜਣ ਦੀ ਜਾਂ ਉਹਨਾਂ ਦੇ ਕਾਰੋਬਾਰਾਂ ਦੀ ਇਹਨਾਂ ਨੂੰ ਚਿੰਤਾ ਲੱਗਦੀ ਹੈ? ਸਿਰਫ ਇੱਕ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਹੇ ਹੈ, ਸਿਰਫ ਤੇ ਸਿਰਫ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦੇ ਕਾਰੋਬਾਰਾਂ ਨੂੰ ਖਤਮ ਕਰਨ ਦੀ ਗੱਲ ਕਰਦੇ। ਇਸ ਤੋਂ ਜ਼ਿਆਦਾ ਇਹਨਾਂ ਦੇ ਗਰੇਵਾਲ ਸਾਹਿਬ ਜਵਾਬ ਦੇ ਦਿਓ, ਕੋਈ ਏਜੰਡਾ ਨਹੀਂ, ਜਵਾਬ ਦੇ ਦਿਓ। ਆ ਕੇ ਬਿਆਨ ਦੇਣ ਤੱਕ ਕੀਮਤ ਹੈ। ਪਹਿਲੀ ਗੱਲ ਤਾਂ ਵਿਜੇਪਾਲ ਜੀ ਗੱਲ ਇਹ ਆ ਕਿ ਇਹਨਾਂ ਨੇ ਜਿਹੜੀਆਂ ਗੱਲਾਂ ਤੁਸੀਂ ਪੁੱਛੀਆਂ ਉਹਨਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ। ਦੇਖੋ, ਜੇ ਆਖਰ 'ਚ ਸਰਕਾਰ ਨੇ ਇੱਕ ਗੱਲ ਕਹੀ ਆ ਕਿ ਭਾਈ ਕਾਨੂੰਨ ਕੀ ਹੁੰਦੇ ਆ, ਪਹਿਲਾਂ ਤਾਂ ਇਹ ਦੱਸਣ ਵਾਲੀ ਗੱਲ ਆ ਵਿਵਸਥਾ ਚਲਾਉਣ ਲਈ ਕਾਨੂੰਨ ਚਾਹੀਦੇ ਹੁੰਦੇ ਆ। ਕਾਨੂੰਨ ਕਾਗਜ਼ ਤੇ ਲਿਖੀਆਂ ਮਦਾਂ ਹੁੰਦੀਆਂ ਨੇ। ਇਹਨਾਂ ਨੂੰ ਕਹਿਤਾ ਵੀ 5 ਮੈਂਬਰ ਦੀ ਕਮੇਟੀ ਤੁਸੀਂ ਦੇ ਦਿਓ, 5 ਦੀ ਸਰਕਾਰ ਦੇ ਦਿੰਦੀ ਆ। ਜੋ ਇਹਦੇ 'ਚ ਭਰਨਾ, ਜੋ ਤੁਹਾਨੂੰ ਮਨਜ਼ੂਰ ਹੋਵੇ ਉਹ ਭਰ ਲਓ। ਜਦੋਂ ਤੁਸੀਂ ਮਨਜ਼ੂਰੀ ਦਿਓਗੇ ਉਸ ਤੋਂ ਬਾਅਦ ਆਪਾਂ ਲਾਗੂ ਕਰਾਂਗੇ। ਇਹ ਵੀ ਗੱਲ ਹੋਈ ਸੀ ਇਹਨਾਂ ਨਾਲ। ਉਸ ਤੋਂ ਬਾਅਦ ਇਹ ਕਹਿੰਦੇ ਨਹੀਂ ਜੀ ਅਸੀਂ ਤਾਂ ਇਹ ਕਹਿ ਕੇ ਲਿਆਏ ਸੀ ਕਿ ਅਸੀਂ ਤਾਂ ਕਾਨੂੰਨ ਰੱਦ ਕਰਾਉਣਾ ਕਹਾਉਣਾ। ਇਹ ਜਿੱਦ ਆ। ਕਿਸਾਨ ਸਰਕਾਰ ਕਿਸਾਨ ਦੀ ਸਾਰੀ ਗੱਲ ਮੰਨਣ ਨੂੰ ਤਿਆਰ ਆ। ਫਿਰ ਅਮਿਤ ਸ਼ਾਹ ਜੀ ਨੇ ਬੇਨਤੀ ਕੀਤੀ ਇਹਨਾਂ ਨੂੰ ਹੱਥ ਜੋੜ ਕੇ ਲੀਡਰਾਂ ਨੂੰ ਕਿ ਭਾਈ ਤੁਸੀਂ ਆ ਜਿਹੜੇ ਬਜ਼ੁਰਗ ਤੇ ਜਿਹੜੀਆਂ ਮਹਿਲਾਵਾਂ ਤੇ ਜਿਹੜੇ ਬੱਚੇ ਲੈ ਕੇ ਆਏ ਹੋ ਨਾ, ਇਹਨਾਂ ਨੂੰ ਭੇਜ ਦਿਓ ਘਰਾਂ ਨੂੰ। ਇਹ ਸਰਦੀ ਤੇ ਗਰਮੀ 'ਚ ਬੜਾ ਮੁਸ਼ਕਲ ਹੋ ਜਾਏਗਾ ਇਹਨਾਂ ਲਈ। ਬਾਕੀ ਜਿਹੜੇ ਲੋਕ ਆ ਬੈਠੇ ਰਹੋ ਸ਼ਾਂਤੀ ਨਾਲ, ਅਸੀਂ ਕੁਝ ਨਹੀਂ ਕਹਿੰਦੇ। ਸਰਕਾਰ ਵੱਲੋਂ ਕੋਈ ਦਿੱਕਤ ਨਹੀਂ ਹੈ, ਸ਼ਾਂਤਮਈ ਅੰਦੋਲਨ ਤੁਸੀਂ ਕਰ ਸਕਦੇ ਹੋ। ਉਹ ਵੀ ਇਹਨਾਂ ਨੇ ਗੱਲ ਨਹੀਂ ਮੰਨੀ। ਜੇ ਜਾਨਾਂ ਗਈਆਂ ਤਾਂ ਇਹਨਾਂ ਦੀ ਜਿੱਦ ਕਰਕੇ ਲੀਡਰਾਂ ਦੀ, ਕਿਸਾਨ ਲੀਡਰਾਂ ਦੀ। ਔਰ ਇਹ ਜਦੋਂ ਅਸੀਂ ਕਿਸਾਨ ਲੀਡਰ ਕਹਿੰਦੇ ਆ ਉਹ ਸਾਰੇ ਕਿਸਾਨਾਂ ਦੀ ਗੱਲ ਨਹੀਂ ਹੈ। ਮੈਂ ਫਿਰ ਕਿਸਾਨਾਂ ਨੂੰ ਕਹਿਣਾ ਅਸੀਂ ਤੁਹਾਡਾ ਬੜਾ ਸਤਿਕਾਰ ਕਰਦੇ ਹਾਂ। ਮੇਰੇ ਭੈਣ ਭਰਾ ਹੀ ਸੜਕਾਂ ਤੇ ਬੈਠੇ ਆ, ਮੈਂ ਉਹਨਾਂ ਚੋਂ ਹੀ ਆ। ਮੇਰੇ ਬਜ਼ੁਰਗ ਬੈਠੇ ਆ, ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ, ਪਰ ਉਹਨਾਂ ਦਾ ਦਰਦ ਹੋਣ ਕਰਕੇ ਇਹਨਾਂ ਨੂੰ ਸਖਤ ਸ਼ਬਦ ਕਹਿਣੇ ਪੈਂਦੇ ਆ ਕਿ ਕੋਈ ਗੱਲ ਨਹੀਂ ਮੰਨਦੇ। ਇਹ ਅੜੇ ਹੋਏ ਆ। ਨਾ ਇਹਨਾਂ ਨੇ ਸਾਡੇ ਪ੍ਰਧਾਨ ਮੰਤਰੀ ਦੀ ਗੱਲ ਮੰਨੀ, ਨਾ ਗ੍ਰਹਿ ਮੰਤਰੀ ਦੀ ਮੰਨੀ। ਹੱਥ ਜੋੜਨ ਤੋਂ ਬਾਅਦ ਵੀ ਨਹੀਂ ਮੰਨਦੇ। 3 ਮਿਨਿਸਟਰ 50 60 ਘੰਟੇ ਬੈਠ ਲਏ। ਤੇ ਇਸ ਕਰਕੇ ਹੁਣ ਵੀ ਅਸੀਂ ਕਹਿੰਦੇ ਆ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਮੰਨਿਆ ਹੁੰਦਾ ਤੇ ਫਿਰ ਇਹਨਾਂ ਨੂੰ ਗੁੰਡੇ ਸ਼ਬਦ ਨਾ ਤੁਸੀਂ ਵਰਤਦੇ। ਇਹ ਸ਼ਾਂਤਮਈ ਬੈਠੇ ਆ। ਇਹਨਾਂ ਦੇ ਕਦੇ ਨਹੀਂ ਕਿਹਾ, ਗੁੰਡੇ ਕਦੇ ਨਹੀਂ ਕਿਹਾ। 26 ਜਨਵਰੀ ਤੋਂ ਬਾਅਦ ਜਿਨ੍ਹਾਂ ਗੁੰਡਿਆਂ ਨੇ ਇਹਨਾਂ ਮਾਵਾਂ ਭੈਣਾਂ ਤੇ ਹਮਲਾ ਕੀਤਾ, ਉਸ ਵੇਲੇ ਤੁਸੀਂ ਕਿੱਥੇ ਸੀ? ਉਸ ਵੇਲੇ ਤੁਸੀਂ ਕਿਉਂ ਨਾ ਜਵਾਬ ਦਿੱਤਾ ਕਿ ਸ਼ਾਂਤਮਈ ਬੈਠੇ ਹੋਏ ਉਹਨਾਂ ਮਾਵਾਂ ਭੈਣਾਂ ਹਮਲਾ ਨਹੀਂ ਕੀਤਾ? ਉਸ ਵੇਲੇ ਤੁਹਾਡਾ ਕੀ ਬਿਆਨ ਆਇਆ? ਅਰੇ ਮੇਰੀ ਗੱਲ ਸੁਣੋ। ਤੁਹਾਡਾ ਕੋਈ ਜਿਹੜੇ ਕਿਸਾਨ ਲੀਡਰ ਹੋ ਨਾ, ਕੋਈ ਅਸੂਲ ਨਹੀਂ ਹੈ। ਜਿਸ ਤਰ੍ਹਾਂ ਉੱਥੇ ਇਹ ਸਿੱਖ ਧਰਮ ਦੇ ਅੰਦਰ ਹੁੰਦਾ, ਖਾਲਸਾ ਤਾਂ ਜ਼ੁਲਮ ਦੇ ਖਿਲਾਫ ਲੜਦਾ, ਖਾਲਸਾ ਕਿਸੇ ਤੇ ਜ਼ੁਲਮ ਨਹੀਂ ਕਰਦਾ। ਜਿਸ ਤਰ੍ਹਾਂ ਤੁਸੀਂ ਉਹ ਹੱਤਿਆ ਕਰਕੇ ਉੱਥੇ ਟੰਗਿਆ ਹੋਇਆ, ਉਹਦੇ ਖਿਲਾਫ ਇੱਕ ਵਾਰ ਵੀ ਨਹੀਂ ਕਿਹਾ ਬਈ ਇਹ ਕੀ ਕੀਤਾ, ਇਹ ਖਾਲਸਾ ਕਰਦਾ, ਇਹ ਤਾਂ ਤਾਲਿਬਾਨ ਕਰਦਾ, ਇਹ ਤਾਂ ਜ਼ੁਲਮ ਉਹ ਕਰਦੇ ਆ, ਖਾਲਸਾ ਨਹੀਂ ਕਰਦਾ। ਖਾਲਸਾ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਕੀਤੀ। ਪਰ ਉਸ ਹੱਤਿਆ ਨੂੰ, ਮੇਰੀ ਗੱਲ ਸੁਣੋ ਗਰੇਵਾਲ ਸਾਹਿਬ, ਤੁਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਹੋ? ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ? ਮੈਂ ਹੈਗਾ ਹੀ ਆ। ਮੈਨੂੰ ਕੋਈ ਕਿਸੇ ਕਿਉਂ ਨਹੀਂ ਮੰਨਦੇ? ਫਿਰ ਜੇ ਮੰਨਦੇ ਹੋ, ਮੈਂ ਤੁਹਾਡੇ ਤੋਂ ਜ਼ਿਆਦਾ ਮੰਨਦਾ ਹਾਂ। ਕਿਸੇ ਦਾ ਵੀ ਇਸ ਤਰ੍ਹਾਂ ਕਤਲ ਕਰ ਦੇਣਾ ਇਹ ਗਲਤ ਗੱਲ ਹੈ। ਪਰ ਦੂਸਰੇ ਪਾਸੇ ਚਲੋ ਗਰੇਵਾਲ ਸਾਹਿਬ, ਮੈਂ 15 ਤੋਂ ਲੈ ਕੇ ਹੁਣ ਤੱਕ ਹੁੰਦੀਆਂ ਆਈਆਂ ਇਸ ਹਾਲਾਤ ਦੇ ਵਿੱਚ ਕਿ ਕੋਈ ਕਾਨੂੰਨ ਨੂੰ ਹੱਥ ਲੈ ਲਵੇ, ਉਹਦੇ ਕਸੂਰਵਾਰ, ਉਹਨਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਹੁਣ ਤੱਕ ਕਿਉਂ ਨਹੀਂ ਟੰਗਿਆ ਗਿਆ? ਉਹਦੀ ਜ਼ਿੰਮੇਵਾਰੀ ਕਿਹਨੇ ਲੈਣੀ ਹੈ? ਅਮਰਜੀਤ ਜੀ, ਇਸ ਵੇਲੇ ਮਸਲਾ ਇਹ ਹੈ। ਗੱਲ ਸੁਣੋ। ਗੱਲ
ਜਿਹੜੀ ਕਾਂਗਰਸ ਦੀ ਮਦਦ ਕਰਦੇ ਉਹ ਕਾਂਗਰਸ ਨੇ ਨਹੀਂ ਕੀਤਾ ਹੈ ਹੁਣ ਤੱਕ ਕੁਝ, ਉਹਨਾਂ ਦੀ ਸਰਕਾਰ ਆ, ਉਹਨਾਂ ਦਾ ਕਰੋ। ਜਿਹੜੇ ਅਕਾਲੀ ਦਲ ਨੇ ਜਿਹੜੇ ਕਹਿੰਦੇ ਆ ਕਿ ਸਾਡੇ ਕਿਸਾਨ ਨੇ, ਉਹਨਾਂ ਨੂੰ ਪੁੱਛੋ ਕਿਉਂ ਨਹੀਂ ਕੀਤਾ ਉਹਨਾਂ ਨੇ, ਉਹਨਾਂ ਦੀ ਸਰਕਾਰ ਸੀ। ਸਾਨੂੰ ਨਾ ਪੁੱਛੋ, ਅਸੀਂ ਤਾਂ 84 ਦੇ ਦੋਸ਼ੀਆਂ ਨੂੰ ਵੀ ਜਦੋਂ ਮੋਦੀ ਜੀ ਦੀ ਸਰਕਾਰ ਆਈ ਔਰ ਟੰਗ ਕੇ ਰੱਖਤਾ। ਅਕਾਲੀ ਦਲ ਦੀ ਸਰਕਾਰ ਸੀ ਤੇ ਬਾਈ ਔਰ ਜਿਸ ਵੇਲੇ ਅਕਾਲੀ ਦਲ ਦੀ ਸਰਕਾਰ ਅਮਰਜੀਤ ਜੀ ਇੱਕ ਸੈਕਿੰਡ, ਉਸ ਵੇਲੇ ਤੁਸੀਂ ਬਹਿਬਲ ਕਲਾਂ ਤੇ ਕੋਟਕਪੂਰਾ ਜਿਹੜੀ ਉੱਥੇ ਗੋਲੀकांड ਹੋਇਆ ਉਸ ਵੇਲੇ ਤੁਹਾਡੇ ਕਿਹੜੇ ਬਿਆਨ ਸੀ? ਅੱਜ ਤੱਕ ਦਿਖਾ ਦਿਓ ਕਿਤੇ ਤੁਸੀਂ ਬਿਆਨ ਦਿੱਤਾ ਹੋਵੇ। ਅਮਰਜੀਤ ਜੀ ਦੇਖੋ ਬਹਿਸ ਨੂੰ ਵੀ ਆਪਾਂ ਹੋਰ ਪਾਸੇ ਲੈ ਜਾਾਂਗੇ। ਬੇਸਿਕਲੀ ਅੱਜ ਦਾ ਜਿਹੜਾ ਕੋਰ ਇਸ਼ੂ ਹੈ ਨਾ, ਇੱਕ ਸੈਕਿੰਡ ਅਮਰਜੀਤ ਜੀ ਇੱਕ ਮਿੰਟ, ਕੋਰ ਇਸ਼ੂ ਨਾ ਡਾਈਵਰਟ ਹੋਵੇ। ਬੇਸਿਕਲੀ ਕੋਰ ਇਸ਼ੂ ਇਹ ਹੈ ਕਿ ਇਸ ਵੇਲੇ ਜਿਹੜੀ ਰਸਤੇ ਖੁੱਲਣ ਨਾਲ ਹਲਚਲ ਹੋਈ ਹੈ। ਗਰੇਵਾਲ ਜੀ, ਇਹ ਵੀ ਚਰਚਾਵਾਂ ਰੋਜ਼ ਉੱਠਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਕਦੇ ਬਿਆਨ ਦਿੰਦੇ ਨੇ ਵੀ ਮਸਲਾ ਹੱਲ ਹੋਣ ਵਾਲਾ ਹੈ, ਸਰਕਾਰ ਸੋਚ ਰਹੀ ਹੈ, ਸਰਕਾਰ ਇਹ ਕਰ ਰਹੀ ਹੈ। ਫਿਰ ਜੇ ਮਸਲਾ ਹੱਲ ਕਰਨ ਤੇ ਆਈ ਖੜੀ ਹੈ ਸਰਕਾਰ, ਫਿਰ ਤਾਂ ਰਸਤਿਆਂ ਦਾ ਇਸ਼ੂ ਹੀ ਨਹੀਂ ਹੈਗਾ, ਫਿਰ ਤਾਂ ਰਸਤਿਆਂ ਦਾ ਇਸ਼ੂ ਹੀ ਨਹੀਂ, ਫਿਰ ਤਾਂ ਮਸਲਾ ਹੱਲ ਕਰਕੇ ਪਾਸੇ ਕੰਮ ਖਤਮ ਕਰੋ, ਅਗਲੇ ਘਰਾਂ ਨੂੰ ਜਾਣ, ਰਸਤੇ ਖੁੱਲੇ ਹੀ ਨੇ। ਬਰਾੜ ਸਾਹਿਬ, ਅਸੀਂ ਤਾਂ ਹੱਥ ਜੋੜ ਕੇ ਕਹਿੰਦੇ ਆ, ਕੈਪਟਨ ਅਮਰਿੰਦਰ ਸਿੰਘ ਤਾਂ ਬੜੇ ਵਿਅਕਤੀ ਨੇ, 2 ਵਾਰ ਮੁੱਖ ਮੰਤਰੀ ਰਹੇ ਨੇ। ਕੋਈ ਵੀ ਕਰਵਾਵੇ, ਕੋਈ ਛੋਟੇ ਤੋਂ ਛੋਟਾ ਵਿਅਕਤੀ ਵੀ ਕਰਾਵੇ, ਇਹਨਾਂ ਨੂੰ ਪ੍ਰਮਾਤਮਾ ਕਿਸਾਨ ਲੀਡਰਾਂ ਨੂੰ ਸਦਬੁੱਧੀ ਦੇਵੇ। ਤੁਸੀਂ ਵੱਡੇ ਬਣ ਜਾਓ ਨਾ, ਬਿਲਕੁਲ ਸਦਬੁੱਧੀ ਆ, ਤੁਸੀਂ ਵੱਡੇ ਬਣ ਜਾਓ ਕਰਵਾ ਕੇ। ਗਰੇਵਾਲ ਜੀ ਤੁਸੀਂ ਵੱਡੇ ਬਣ ਜਾਓ। ਦੇਖੋ ਇਹ ਜਿੱਦ ਜਿਹੜੀ ਹੁੰਦੀ ਹੈ ਨਾ, ਇਹਦੇ ਨਾਲ ਕੁਝ ਨਹੀਂ ਹੁੰਦਾ। ਜਦੋਂ ਪੰਚਾਇਤ ਹੁੰਦੀ ਆ ਉਹ ਜਿੱਦ ਨਾਲ ਨਹੀਂ ਹੋਇਆ ਕਰਦੀ। ਪੰਚਾਇਤ ਤਾਂ 1-2 ਉਹਦੀਆਂ ਮੰਨ ਲਓ, 2 ਉਹਦੀਆਂ ਮੰਨ ਲਓ, ਇਦਾਂ ਹੁੰਦੀ ਆ। ਤੇ ਇਹ ਸਾਰੇ ਪੰਚਾਇਤੀ ਨੇ, ਐਸੀ ਗੱਲ ਨਹੀਂ ਹੈ ਕਿ ਜਾਣਦੇ ਨਹੀਂ। ਫਿਰ ਪੰਚਾਇਤ ਬੈਠੇ ਤਾਂ ਸਹੀ ਨਾ, ਮਸਲਾ ਤਾਂ ਪੰਚਾਇਤ ਨਾ ਪੰਚਾਇਤ ਬੈਠ ਹੀ ਨਹੀਂ ਰਹੀ। ਤੁਸੀਂ 9 ਮਹੀਨੇ ਹੋ ਗਏ। ਮੇਰੀ ਗੱਲ ਸੁਣ ਲਓ ਵਿਜੇਪਾਲ ਜੀ, ਤੁਸੀਂ ਗੱਲ ਕਰਕੇ ਦੱਸ ਦਿਓ, 2 ਮਿੰਟ ਚ ਗੱਲ ਕਰਾ ਦਿਆਂਗੇ। ਗੱਲ ਦੀ ਕੋਈ ਗੱਲ ਨਹੀਂ ਹੈ, ਗੱਲ ਖਤਮ ਤਾਂ ਹੋਵੇ। ਜੇ ਫਿਰ ਉਦਾਂ ਹੀ ਤੋੜ ਕੇ ਚਲੇ ਜਾਣਾ ਫਾਇਦਾ ਕੀ ਹੈ? ਗੱਲ ਤਾਂ ਇਹ ਹੈ ਸਭ ਤੋਂ ਬੜੀ। ਜੀ ਅਮਰਜੀਤ ਜੀ ਕੁਝ ਕਹਿਣਾ ਚਾਹ ਰਹੇ ਜੀ? ਅਮਰਜੀਤ ਜੀ, ਇਹ ਸਿਰਫ ਇਹ ਬਿਆਨਬਾਜ਼ੀ ਤੱਕ ਸੀਮਤ ਹੈ। ਜੇਕਰ ਥੋੜੀ ਬਹੁਤੀ ਵੀ ਸੜਕਾਂ ਤੇ ਬੈਠੇ ਹੋਏ ਲੋਕਾਂ ਦੀ ਜਾਂ ਕਿਸਾਨਾਂ ਦੀ ਥੋੜੀ ਵੀ ਦਰਦ ਹੁੰਦੀ ਤਾਂ ਅੱਜ ਤੱਕ ਇਹ ਮਸਲਾ ਹੱਲ ਹੋ ਗਿਆ ਹੋਣਾ ਸੀ। ਉਹਨਾਂ ਨੂੰ ਧਮਕਾਇਆ, ਉਹਨਾਂ ਨੂੰ ਡਰਾਇਆ, ਉਹਨਾਂ ਨੂੰ ਗੱਡੀਆਂ ਥੱਲੇ ਕੁਚਲਿਆ, ਉਹਨਾਂ ਮਜ਼ਦੂਰਾਂ ਨੂੰ, ਉਹਨਾਂ ਕਿਸਾਨਾਂ ਨੂੰ। ਇਹ ਇਸ ਤਰ੍ਹਾਂ ਡਰਾਇਆ ਅੰਦੋਲਨ ਖਤਮ ਨਹੀਂ ਹੋਇਆ ਕਰਦੇ। ਗਰੇਵਾਲ ਸਾਹਿਬ, ਇਹ ਤੁਸੀਂ ਇਸ ਗੱਲ ਨੂੰ ਵਿਚਾਰੋ ਕਿ ਇਹ ਅੰਦੋਲਨ, ਇਹ ਪੇਟ ਦੀ ਲੜਾਈ ਹੈ। ਅਨਾਜ ਇਸ ਦੇਸ਼ ਦਾ ਜਿਹੜਾ ਹੈਗਾ ਆ ਮੁਲਾਜ਼ਮ ਵੀ ਖਾਂਦਾ ਹੈ, ਇਸ ਦੇਸ਼ ਦਾ ਰਾਜਨੀਤਿਕ ਵੀ ਖਾਂਦਾ ਹੈ, ਇਸ ਦੇਸ਼ ਦਾ ਜਿਹੜਾ ਵੱਡੇ ਘਰਾਣੇ ਵਾਲੇ ਜਿਹੜੇ ਉਦਯੋਗਪਤੀ ਉਹ ਵੀ। ਤਾਂ ਤੁਸੀਂ ਪੈਦਾ ਕਰਨ ਵਾਲੇ ਜੀ, ਮੇਰੀ ਗੱਲ ਸੁਣ ਲਓ 1 ਮਿੰਟ। ਮੈਂ ਤੁਹਾਨੂੰ ਹੱਥ ਜੋੜ ਕੇ ਕਹਿਣਾ ਕਿ ਸ਼ਾਂਤੀ ਨਾਲ ਗੱਲ ਸੁਣੋ। ਇਹ ਜਿਹੜੇ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਹਿੰਦੇ ਹੋ, ਉਹ ਤਾਂ ਅਜੇ ਤੱਕ ਲਾਗੂ ਨਹੀਂ ਹੋਏ, ਤਾਂ ਹੋਲਡ ਤੇ ਪਏ ਆ। ਉਹਨਾਂ ਨੇ ਤੁਹਾਡੀਆਂ ਫਸਲਾਂ ਨਸਲਾਂ ਨਹੀਂ ਨਸ਼ਟ ਕੀਤੀਆਂ। ਇਹ ਫਸਲਾਂ ਨਸਲਾਂ ਜਿਹੜੇ ਕਾਂਗਰਸ ਨੇ ਕਾਨੂੰਨ ਬਣਾਏ ਹੋਏ ਆ, ਉਹਨਾਂ ਨਾਲ ਨਸ਼ਟ ਹੋਈਆਂ ਨੇ। ਜੋ ਅੱਜ ਬੁਰਾ ਹੋ ਰਿਹਾ ਕਿਸਾਨ ਨਾਲ, ਜੋ ਕਿਸਾਨ ਅੱਜ ਸੁਸਾਈਡ ਕਰ ਰਿਹਾ, ਆਤਮ ਹੱਤਿਆ ਕਰ ਰਿਹਾ, ਮਜਬੂਰ ਹੋ ਕੇ ਕਰ ਰਿਹਾ, ਉਹ ਉਹਨਾਂ ਕਾਨੂੰਨਾਂ ਕਰਕੇ ਜਿਹੜੇ ਕਾਂਗਰਸ ਦੇ ਬਣਾਏ। ਇਹ ਤਾਂ ਅਜੇ ਲਾਗੂ ਹੀ ਨਹੀਂ ਹੋਏ। ਇਹ ਕਿਉਂ ਮੋਦੀ ਜੀ ਨੂੰ ਬਿਨਾਂ ਗੱਲਬਾਤ ਤੋਂ ਗਾਲਾਂ ਕੱਢੀ ਜਾਂਦੇ? ਕਾਨੂੰਨ ਤਾਂ ਹੋਲਡ ਤੇ ਪਏ ਆ, ਕੋਈ ਬੀਜੇਪੀ ਦਾ ਕਾਨੂੰਨ ਨਹੀਂ ਲਾਗੂ। ਤੁਹਾਡਾ ਧੰਨਵਾਦ ਕਰਦਾ। ਇਹ ਤਾਂ ਮੰਨਦੇ ਹੋ ਕਿ ਉਹ ਕਾਨੂੰਨ ਇਸ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ, ਇਸ ਦੇਸ਼ ਦੇ ਹਿੱਤ 'ਚ ਨਹੀਂ, ਉਹ ਤਾਂ ਲਾਗੂ ਨਹੀਂ ਹੋਏ। ਪਰ ਤੁਸੀਂ ਪਹਿਲਾਂ ਇਹ ਦੱਸੋ ਵੀ ਉਹ ਕਾਨੂੰਨ ਲਿਆਉਣ ਦੀ ਲੋੜ ਕੀ ਪਈ? ਉਹਨਾਂ ਕਾਨੂੰਨਾਂ ਨੂੰ ਇਸ ਦੇਸ਼ ਤੇ ਕਰੋਨਾ ਕਾਲ ਦੇ ਵਿੱਚ ਰਾਜ ਸਭਾ ਦੇ ਵਿੱਚ ਧੱਕੇ ਨਾਲ ਪਾਸ ਕਰਵਾ ਕੇ ਕਿਉਂ? ਜਦੋਂ ਵਿਜੇਪਾਲ ਜੀ ਗੱਲ ਤਾਂ ਸੁਣੋ। ਵਿਜੇਪਾਲ ਜੀ ਬੋਲੋ। ਗਰੇਵਾਲ ਸਾਹਿਬ, ਮੈਂ ਤੁਹਾਡੇ ਮਾਧਿਅਮ ਨਾਲ ਮੈਸੇਜ ਦਿੰਦਾ ਕਿ 5 ਮੈਂਬਰੀ ਕਮੇਟੀ ਇਹਨਾਂ ਨੂੰ ਕਿਹਾ ਦੇ ਦਿਓ। 5 ਮੈਂਬਰੀ ਸਰਕਾਰ ਦੀ ਅਮਿਤ ਸ਼ਾਹ ਜੀ ਨੇ ਇਹੀ ਕਿਹਾ ਸੀ ਕਿ ਜਦੋਂ ਤੁਸੀਂ ਜੋ ਇਹਦੇ ਚ ਬਣਾਉਣਾ ਬਣਾ ਲਓ, ਜੋ ਕਰਨਾ, ਜੋ ਕੱਢਣਾ ਕੱਢ ਦਿਓ। ਆਹ ਗੱਲ ਹੋਈ ਆ, ਉਹਦੇ ਚ ਕਾਨੂੰਨ ਕਿੱਥੇ ਰਹਿ ਗਿਆ? ਫਿਰ ਗੱਲ ਤਾਂ ਕੁਛ ਨਹੀਂ। ਤੇ ਇੱਕ ਜਿੱਦ ਨਾਲ ਇੱਕ ਅੰਦੋਲਨ ਚਲਾਉਣਾ ਇਹਨਾਂ ਨੇ, ਅੰਦੋਲਨ ਖਤਮ ਨਹੀਂ ਕਰਨਾ। ਟਕੈਤ ਸਾਹਿਬ ਦਾ ਕੰਮ ਕਿਵੇਂ ਚੱਲੂਗਾ? ਚੜੂਨੀ ਸਾਹਿਬ ਦਾ ਕਿਵੇਂ ਚੱਲੂਗਾ? ਕਦੇ ਚੋਣਾਂ ਲੜਨ ਦੀ ਗੱਲ ਕਰਦੇ ਆ, ਮੈਂ ਕਹਿੰਦਾ ਚੋਣਾਂ ਲੜੋ, ਪਰ ਕਿਸਾਨ ਦਾ ਮੋਢਾ ਲੱਭ ਕੇ ਨਾ ਲੜੋ। ਸਰਕਾਰ ਚਲੋ ਤੁਸੀਂ ਗਰੇਵਾਲ ਸਾਹਿਬ, ਬਾਕੀ ਸਰਕਾਰ ਤਾਂ ਸਭ ਕਰਨ ਨੂੰ ਤਿਆਰ ਹੈ। ਕਿਸਾਨ ਤੇ ਹੈਗੇ ਆ ਨਾ। ਚਲੋ ਤੁਸੀਂ ਜੇ ਤੁਹਾਡੇ ਹਿਸਾਬ ਦੇ ਨਾਲ ਟਕੈਤ ਸਾਹਿਬ ਜਾਂ ਚੜੂਨੀ ਸਾਹਿਬ ਦੇ ਪਰਸਨਲ ਇੰਟਰਸਟ ਨੇ, ਤਾਂ ਤੁਸੀਂ ਬਾਕੀ ਕਿਸਾਨਾਂ ਦੇ ਕੰਟੈਕਸਟ 'ਚ ਇਹ ਡਿਸੀਜਨ ਲੈ ਸਕਦੇ ਹੋ ਨਾ। ਸਰਕਾਰ ਵੱਡੀ ਹੁੰਦੀ ਹੈ, ਸਰਕਾਰ ਦੇ ਲਈ ਜਿਹੜੇ ਸਾਰੇ ਵਰਗ ਨੇ ਉਹਨਾਂ ਦੇ ਆਪਦੇ ਹੁੰਦੇ ਆ।
ਮੇਰੀ ਗੱਲ ਸੁਣੋ, ਇਹ ਤਾਂ ਸਰਕਾਰ ਨੇ ਕਹਿਤਾ ਹੋਇਆ ਇਹਨਾਂ ਨੂੰ, ਇਸ ਗੱਲ ਤੋਂ ਅਮਰਜੀਤ ਜੀ ਵੀ ਮਨਾ ਨਹੀਂ ਕਰਨਗੇ ਕਿ ਬਈ ਇਹ ਤੁਹਾਨੂੰ ਵੀ ਪਤਾ ਕਿ ਵੀ 5 ਮੈਂਬਰ ਦੀ ਕਮੇਟੀ ਤੁਸੀਂ ਦੇ ਦਿਓ। ਅਮਿਤ ਸ਼ਾਹ ਜੀ ਨੇ ਇਹੀ ਕਿਹਾ ਸੀ ਕਿ 5 ਮੈਂਬਰ ਦੀ ਕਮੇਟੀ ਸਰਕਾਰ ਦੇ ਦਿੰਦੀ ਆ, ਜਿਹੜਾ ਜਿਹਾ ਕਾਨੂੰਨ ਬਣਾਉਣਾ ਬਣਾ ਲਓ, ਇਹ ਹੋਲਡ ਤੇ ਪਏ ਆ, ਇਹ ਲਾਗੂ ਨਹੀਂ ਹੁੰਦੇ ਉਦੋਂ ਤੱਕ, ਤੁਸੀਂ ਜਿਹੜਾ ਜਿਹਾ ਬਣਾਓਗੇ ਉਹ ਲਾਗੂ ਹੋ ਜਾਊਗਾ। ਉਸ ਦੇ ਬਾਵਜੂਦ ਵੀ ਜਿੱਦ ਕਰਕੇ ਉੱਥੋਂ ਆ ਗਏ ਕਿ ਅਸੀਂ ਤਾਂ ਤੁਹਾਡੀ ਗੱਲ ਇਹ ਗੱਲਾਂ ਨਹੀਂ ਸਾਨੂੰ ਮਨਜ਼ੂਰ ਜੀ। ਚਲੋ ਮੈਂ ਹੁਣ ਖਤਮ ਕਰਨਾ ਹੈ। ਅਮਰਜੀਤ ਜੀ ਕੀ ਕਰੀਏ ਉਹਦੇ ਚ? ਅਮਰਜੀਤ ਜੀ ਹੁਣ ਜਿਵੇਂ ਚਰਚਾਵਾਂ ਤਾਂ ਜ਼ਰੂਰ ਚੱਲ ਰਹੀਆਂ ਨੇ ਪਰ ਹਲੇ ਕੋਈ ਕੰਕਰੀਟ ਗੱਲਬਾਤ ਸਾਹਮਣੇ ਨਹੀਂ ਆ ਰਹੀ। ਪਰ ਬੜਾ ਸਿੱਧਾ ਜਿਹਾ ਮੈਂ ਸਵਾਲ ਪੁੱਛਦਾ ਵੀ ਜੇ ਸਰਕਾਰ ਬੁਲਾਉਂਦੀ ਹੈ ਗੱਲਬਾਤ ਲਈ ਕੋਈ ਵੀ ਜਿਹਦੇ ਵਿੱਚ ਸ਼ਰਤਾਂ ਨਹੀਂ ਹੁੰਦੀਆਂ, ਜੇ ਇੱਕ ਪਾਸਿਓਂ ਕੋਈ ਸ਼ਰਤ ਨਹੀਂ ਹੁੰਦੀ ਤਾਂ ਕੀ ਦੂਜੇ ਪਾਸਿਓਂ ਵੀ ਸ਼ਰਤ ਨਹੀਂ ਹੋਏਗੀ? ਕੀ ਇਸ ਦੇ ਲਈ ਕਿਸਾਨ ਤਿਆਰ ਨੇ ਮੀਟਿੰਗ 'ਚ ਜਾਣ ਲਈ? ਦੇਖੋ ਇਹ ਮੇਰਾ ਕਲੀਅਰ ਹੈ। ਇਸ ਵੇਲੇ ਮੈਂ ਨੈਸ਼ਨਲ ਮੀਡੀਆ ਦੇ ਉੱਤੇ ਕੋਈ ਵੀ ਵਿਚਾਰ ਦੇ ਦਿਆਂ ਜੀ, ਪਰ ਜੇਕਰ ਕਿਸਾਨ ਇਸ ਗੱਲ ਦੇ ਲਈ 11 ਮਹੀਨੇ ਸੜਕਾਂ ਤੇ ਬੈਠੇ ਆ ਤੇ ਉਹਦੇ ਤੋਂ ਬਾਅਦ ਸਰਕਾਰ ਜਨਵਰੀ 22 ਤੋਂ ਲੈ ਕੇ ਹੁਣ ਤੱਕ ਸੱਦਾ ਨਹੀਂ ਭੇਜਦੀ, ਸੱਦਾ ਭੇਜੇਗੀ। ਦੇਖੋ ਇਹ ਗੱਲ ਪੱਕੀ ਹੈ ਕਿ ਇਹ ਟੇਬਲ ਤੇ ਬੈਠ ਕੇ ਹੱਲ ਹੋਣਾ ਹੈ, ਇਹ ਗੱਲਬਾਤ ਅਲਟੀਮੇਟਲੀ ਟੇਬਲ ਤੇ ਬੈਠ ਕੇ ਜੇਕਰ ਗੱਲਬਾਤ ਦਾ ਸੱਦਾ ਆਉਂਦਾ ਹੈ ਤੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈ। ਪਰ ਉਹਦੇ ਵਿੱਚੋਂ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਤੇ ਸੰਯੁਕਤ ਮੋਰਚੇ ਦੇ ਵਿੱਚ ਫੈਸਲਾ ਆਬਵੀਅਸਲੀ ਸਭ ਦੀ ਸਰਬਸੰਮਤੀ ਨਾਲ ਹੋਏਗਾ। ਫੈਸਲਾ ਆਬਵੀਅਸਲੀ ਸਭ ਦੀ ਸਲਾਹ ਨਾਲ ਹੋਏਗਾ। ਮੈਂ ਤੇ ਕਹਿ ਦਿਆਂ ਕਿ ਗਰੇਵਾਲ ਸਾਹਿਬ, ਚਲੋ ਮੈਂ ਆਖਰੀ ਕਮੈਂਟ ਲੈਣਾ, ਠੀਕ ਹੈ ਅਮਰਜੀਤ ਜੀ, ਗਰੇਵਾਲ ਸਾਹਿਬ ਆਖਰੀ ਕਮੈਂਟ ਲੈਣਾ। ਕੀ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਦੀਵਾਲੀ ਤੇ ਜਾਂ ਗੁਰਪੁਰਬ ਦੇ ਆਸ-ਪਾਸ ਮਸਲਾ ਹੱਲ ਹੋਣ ਦੇ ਨੇੜੇ ਹੈ? ਕੋਈ ਤੁਹਾਡੀ ਜਾਣਕਾਰੀ 'ਚ ਹੋਵੇ? ਦੇਖੋ ਗੱਲ ਇਹ ਆ ਜੇ ਕਿਸਾਨ ਲੀਡਰ ਚਾਹਣਗੇ ਤਾਂ ਮਸਲਾ ਹੱਲ ਹੋਇਆ। ਮੈਂ ਫੇਰ ਕਹਿਣਾ ਸਰਕਾਰ ਨੂੰ ਕੋਈ ਦਿੱਕਤ ਨਹੀਂ ਹੈ। ਮੈਂ ਤਾਂ ਕਿਸਾਨ ਜਿਹੜੇ ਸਧਾਰਨ ਕਿਸਾਨ ਨੇ ਜਿਹੜੇ ਸੜਕਾਂ ਤੇ ਬੈਠੇ ਆ ਉਹਨਾਂ ਨੂੰ ਕਹਿਣਾ ਕਿ ਗੁਰਦੁਆਰਾ ਸਾਹਿਬਾਨ 'ਚ ਅਰਦਾਸ ਕਰੋ ਕਿ ਪ੍ਰਮਾਤਮਾ ਇਹ ਕਿਸਾਨ ਲੀਡਰ ਜਿਹੜੇ ਆ ਇਹਨਾਂ ਨੂੰ ਸਦਬੁੱਧੀ ਦੇਵੇ, ਇਹ ਮੰਨ ਜਾਣ ਗੱਲ, ਇਹ ਕਿਸਾਨ ਨੂੰ ਸੜਕਾਂ ਤੇ ਨਾ ਰੋਲਣ। ਔਰ ਸੂਬੇ ਦਾ ਵੀ ਨੁਕਸਾਨ ਹੋ ਰਿਹਾ, ਇਹਦੇ ਨਾਲ ਦੇਸ਼ ਦਾ ਵੀ ਨੁਕਸਾਨ ਹੋ ਰਿਹਾ। ਸਰਕਾਰ ਸਾਰੀਆਂ ਗੱਲਾਂ ਦੱਸੋ ਅਮਰਜੀਤ ਜੀ ਕੁਝ ਕਹਿ ਰਹੇ ਹੈ, ਸੁਣ ਲਓ। ਕਰਵਾ ਲਿਓ ਸਾਰੇ ਬਾਰਡਰਾਂ ਦੇ ਉੱਤੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਇੱਕ ਅਰਦਾਸ ਆਪਣੇ ਲਈ ਵੀ ਕਰਵਾਓ ਕਿ ਤੁਸੀਂ ਦੇਸ਼ ਦੇ ਜਿਹੜੀ ਸਰਕਾਰ ਲੋਕਾਂ ਨੇ ਤੁਹਾਨੂੰ ਚੁਣ ਕੇ ਬਣਾਇਆ ਉਹਨਾਂ ਦਾ ਦਰਦ ਤੁਹਾਡੇ ਸੀਨੇ ਦੇ ਵਿੱਚ ਕਿਤੇ ਨਾ ਕਿਤੇ ਦਿਖੇ, ਤੁਸੀਂ ਮਹਿਸੂਸ ਕਰੋ ਤਾਂ ਕਿ ਲੋਕ ਇਹ ਸਮਝਣ ਕਿ ਸਾਡੀ ਸਰਕਾਰ ਹੈ। ਹੁਣ ਤੱਕ ਤੁਸੀਂ ਆਪਣੀ ਸਰਕਾਰ, ਇਸ ਦੇਸ਼ ਦੀ ਸਰਕਾਰ ਹੋਣ ਦਾ ਕੋਈ ਬਹੁਤਾ ਸਬੂਤ ਦਿੱਤਾ ਨਹੀਂ। ਚਲੋ ਗੱਲ ਇਹ ਚਲੋ ਮੈਂ ਇਸ ਇੱਕ ਮਿੰਟ ਮੇਰੀ ਗੱਲ ਸੁਣ ਲਓ ਜੀ। 10 ਵਾਰ ਪ੍ਰਵੋਕ ਕੀਤਾ ਲੋਕਾਂ ਨੇ, ਕਦੇ ਲਾਲ ਕਲੇਜਾ ਵੜੇ, ਕਦੇ ਕਿਤੇ। ਜੇ ਕਾਂਗਰਸ ਦੀ ਸਰਕਾਰ ਹੁੰਦੀ ਲਾਠੀ ਵੀ ਚਲਾਉਂਦੀ, ਗੋਲੀ ਵੀ ਚਲਾਉਂਦੀ। ਸਾਡੀ ਸਰਕਾਰ ਨੇ ਨਾ ਲਾਠੀ ਚਲਾਈ ਨਾ ਗੋਲੀ ਚਲਾਈ। ਇਹ ਫੈਸਲਾ ਕੀਤਾ ਕਿ ਅਸੀਂ ਕਿਸੇ ਕਿਸਾਨ ਤੇ ਵੀ ਇਹ ਕੰਮ ਨਹੀਂ ਕਰਨਾ। ਇਹ ਕਿਸਾਨ ਲੀਡਰ ਭੜਕਾਉਣ ਤੋਂ ਮੰਨਦੇ ਨਹੀਂ, ਪਰ ਫਿਰ ਵੀ ਸਰਕਾਰ ਜਿਹੜੀ ਆ ਆਪਣੇ ਆਪ ਤੇ ਕੰਟਰੋਲ ਰੱਖਿਆ। ਮੈਂ ਇਹਦੇ ਲਈ ਮੋਦੀ ਜੀ ਔਰ ਅਮਿਤ ਸ਼ਾਹ ਜੀ ਔਰ ਪੂਰੀ ਸਰਕਾਰ ਦਾ ਧੰਨਵਾਦੀ ਆ ਕਿ ਸਾਡੇ ਕਿਸਾਨਾਂ ਤੇ ਕੋਈ ਜ਼ੁਲਮ ਜਾਂ ਤਸ਼ੱਦਦ ਨਹੀਂ ਹੋਇਆ ਔਰ ਨਾ ਹੀ ਅੱਗੇ ਹੋਣਾ। ਇਹ ਜਿੰਨਾ ਮਰਜ਼ੀ ਜ਼ੋਰ ਲਾ ਕੇ ਪ੍ਰਵੋਕ ਕਰਕੇ ਦੇਖ ਲੈਣ, ਅਸੀਂ ਸ਼ਾਂਤੀ ਨਾਲ ਕਿਸਾਨ ਨੂੰ ਘਰ ਭੇਜਣਾ, ਉਹਨਾਂ ਤੇ ਜ਼ੁਲਮ ਨਹੀਂ ਕਰਨਾ। ਠੀਕ ਹੈ, ਅਸੀਂ ਸਿਰਫ ਠੀਕ ਉਸੇ ਤਰ੍ਹਾਂ ਕਿਸਾਨਾਂ ਦੀ ਵੀ ਮੈਂ ਉਹਨਾਂ ਲੀਡਰਾਂ ਨੂੰ ਸ਼ਾਬਾਸ਼ ਦਿੰਦਾ ਕਿ ਜਿਨ੍ਹਾਂ ਨੇ ਹੁਣ ਤੱਕ ਅੰਦੋਲਨ ਸ਼ਾਂਤਮਈ ਰਿਹਾ। ਨਹੀਂ ਤਾਂ ਹਰ ਕੋਸ਼ਿਸ਼ ਹੋਈ ਇਸ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਤੇ ਇਸ ਕਿਸਾਨ ਅੰਦੋਲਨ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ। ਗਰੇਵਾਲ ਸਾਹਿਬ, ਜਿਹੜੇ ਕਿਸਾਨ ਬੈਠੇ ਨੇ ਉੱਥੇ ਉਹਨਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ। ਕਿਸੇ ਦੇ ਉੱਤੇ ਉਹਨਾਂ ਨੇ ਵੀ ਸੜਕਾਂ ਤੇ ਬੈਠੇ ਉਹਨਾਂ ਨੂੰ ਜਾਂਦਾ। ਤੁਹਾਡੇ ਬਿਲਕੁਲ ਮੰਨਦੇ ਹੋ ਨਾ? ਤੁਸੀਂ ਕੀ ਕਮੈਂਟ ਕਰਦੇ ਹੋ? ਤੁਸੀਂ ਉਲਟ ਕਿਸਾਨਾਂ ਨੂੰ ਡਰਾ ਰਹੇ ਹੋ। ਇਸ ਤਰ੍ਹਾਂ ਖਤਮ ਨਹੀਂ ਹੋਣਾ ਅੰਦੋਲਨ ਇਹ। ਚਲੋ ਅਸੀਂ ਆਪਾਂ ਉਮੀਦ ਕਰ ਸਕਦੇ ਹਾਂ ਅਮਰਜੀਤ ਜੀ ਵੀ ਅਗਲੇ ਦਿਨਾਂ ਦੇ ਵਿੱਚ ਇਸ ਤੇ ਕੋਈ ਗੱਲਬਾਤ ਜ਼ਰੂਰ ਹੋਏਗੀ, ਕਿਉਂਕਿ ਬਹੁਤ ਮਹੀਨੇ ਹੋ ਗਏ। ਜਦੋਂ ਵੀ ਹੁੰਦਾ ਸਰਕਾਰ ਵੀ ਕਹਿੰਦੀ ਅਸੀਂ ਤਿਆਰ ਹਾਂ, ਕਿਸਾਨ ਵੀ ਕਹਿੰਦੇ ਅਸੀਂ ਤਿਆਰ ਹਾਂ, ਫਿਰ ਸ਼ਰਤਾਂ ਵਿੱਚ ਆ ਜਾਂਦੀਆਂ, ਫਿਰ ਗੱਲ ਉੱਥੇ ਹੀ ਫਿਰ ਅਟਕ ਜਾਂਦੀ ਹੈ। ਸੋ ਹੁਣ ਉਮੀਦ ਹੈ, ਚਰਚਾਵਾਂ ਜ਼ਰੂਰ ਚੱਲ ਰਹੀਆਂ ਨੇ, ਕਿਉਂਕਿ ਹੁਣ ਇਲੈਕਸ਼ਨ ਵੀ ਇੱਕ ਬੜਾ ਵੱਡਾ ਫੈਕਟਰ ਹੈ। 2022 5 ਸੂਬਿਆਂ ਦੇ ਚੋਣਾਂ ਖੜੀਆਂ ਨੇ ਔਰ ਇਹ ਚੀਜ਼ ਸਰਕਾਰਾਂ ਵੀ ਬੜੀ ਭਲੀ ਭਾਂਤ ਬੜੀ ਚੰਗੀ ਤਰ੍ਹਾਂ ਜਾਣਦੀਆਂ ਨੇ। ਔਰ ਅਗਲੇ ਦਿਨਾਂ ਦੇ ਵਿੱਚ ਚਾਹੇ ਕਿਸੇ ਸਿਆਸੀ ਜ਼ਰੀਏ ਨਾਲ ਹੀ ਸਹੀ, ਪਰ ਉਮੀਦ ਜ਼ਰੂਰ ਵੱਜਦੀ ਹੈ ਔਰ ਉਮੀਦ ਵੱਜੀ ਰਹਿਣੀ ਚਾਹੀਦੀ ਹੈ। ਕੋਈ ਵੀ ਮਸਲਾ ਹੋਵੇ ਉਸ ਦੇ ਹੱਲ ਹੋਣ ਦੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ, ਗੱਲਬਾਤ ਕੀਤੀ। ਤਾਂ ਅਗਲੇ ਦਿਨਾਂ ਦੇ ਵਿੱਚ ਹੁਣ ਇਹ ਜਿਹੜੀ ਕਵਾਇਦ ਹੈ ਕਿਸ ਪਾਸੇ ਜਾਏਗੀ, ਇਹ ਸਭ ਤੋਂ ਅਹਿਮ ਹੋਏਗਾ ਦੇਖਣਾ। ਬਹੁਤ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਂਗੇ।